ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 55 'ਤੇ ਉੱਤੋਂ 6 ਪੰਕਤੀਆਂ ਛੱਡ ਕੇ ਹੈ। ਅੰਗ ਨੰਬਰ 55 ਉੱਤੋਂ 6 ਪੰਕਤੀਆਂ ਛੱਡ ਕੇ ਹੈ। ਸ਼੍ਰੀ ਰਾਗ ਮਹਿਲਾ ਪਹਿਲਾ। ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾਹੋ, ਅਤ ਸਿਆਣੀ ਸੋਹਣੀ, ਕਿਉਂ ਕੀਤੋ ਵਿਸਾਹੋ, ਕੀਤੇ ਕਾਰਨ ਪਾਕੜੀ, ਕਾਲ ਨ ਟਲੇ ਸਿਰਾਹੋਂ। ਹੁਣ ਧਿਆਨ ਦੇਣਾ, ਅਸਲ ਸ਼ਬਦ ਹੈ ਅਸਗਾਹ। ਤੁਸੀਂ ਕਹੋਗੇ ਫਿਰ ਤੁਸੀਂ ਇਸਨੂੰ ਅਸਗਾਹੋ ਕਿਉਂ ਬੋਲਿਆ? ਅਸਲ ਸ਼ਬਦ ਹੈ ਵਿਸਾਹੋ ਅਤੇ ਮੈਂ ਬੋਲਿਆ ਅਸਲ ਸ਼ਬਦ ਹੈ ਵਿਸਾਹ ਅਤੇ ਮੈਂ ਇੱਥੇ ਬੋਲਿਆ ਵਿਸਾਹੋ, ਕਿਉਂਕਿ ਅਸਲ ਸ਼ਬਦ ਹੈ ਸਿਰਾਹੋਂ, ਸਿਰ ਤੋਂ। ਉਹਨੂੰ ਸਿਰਾ ਨਹੀਂ ਪੜ੍ਹਿਆ ਜਾ ਸਕਦਾ ਅਤੇ ਇਹ ਨਿਯਮ ਹੈ ਕਿ ਤੁਕਾਂਤ ਮਿਲਾਉਣ ਲਈ ਜਿਹੜਾ ਹੈ ਫਿਰ ਇਹ ਔਂਕੜ ਬੋਲੇ ਜਾਂਦੇ ਹਨ, ਕਿਉਂਕਿ ਤਾਂ ਜੁੜੇਗਾ ਇਹ। ਜੇ ਮੈਂ ਪੜ੍ਹਦਾ ਅਸਗਾਹ ਵਿਸਾਹ ਅਤੇ ਅੱਗੇ ਪੜ੍ਹਦਾ ਸਿਰਾਹੋਂ ਤਾਂ ਫਿਰ ਜੁੜੇਗਾ ਨਹੀਂ। ਤੁਕਾਂਤ ਮਿਲਾਉਣ ਲਈ, ਤੁਕਾਂਤ ਦਾ ਮਤਲਬ ਤੁਕ ਦਾ ਅੰਤ, ਅੰਤਲਾ ਸ਼ਬਦ ਜਿਹੜਾ ਹੈ ਉਹ ਹੁਣ ਮਿਲਾਉਣਾ ਹੈ। ਤਾਂ ਇਸ ਕਰਕੇ ਸਿਰਾਹੋਂ ਪੜ੍ਹਨਾ ਤਾਂ ਫਿਰ ਵਿਸਾਹੋ ਅਤੇ ਅਸਗਾਹੋ ਇਹ ਤਾਂ ਪੜ੍ਹਨੇ ਨੇ। ਉਂਝ ਜਦੋਂ ਵੈਸੇ ਆ ਜੇ ਫਿਰ ਇਹ ਅਸਗਾਹ ਅਤੇ ਵਿਸਾਹ ਪੜ੍ਹਨੇ ਸੁਣੋ। ਮਛਲੀ ਜਾਲ ਨਾ ਜਾਣਿਆ, ਸੱਚ ਖਾਰਾ ਅਸਗਾਹੋ, ਅਤ ਸਿਆਣੀ ਸੋਹਣੀ, ਕਿਉਂ ਕੀਤੋ ਵਿਸਾਹੋ, ਕੀਤੇ ਕਾਰਨ ਪਾਕੜੀ, ਕਾਲ ਨ ਟਲੈ ਸਿਰਾਹੋਂ। ਜਦੋਂ ਤੂੰ ਅਰਥ ਹੋਵੇ ਨਾਲ, ਸਿਰਾਹੋਂ ਦਾ ਮਤਲਬ ਸਿਰ ਤੋਂ। ਜਦੋਂ ਤੂੰ ਅਰਥ ਨਾਲ ਹੋਵੇ ਫਿਰ ਉੱਤੇ ਟਿੱਪੀ ਲੱਗਦੀ ਅਖੀਰ ਅੱਖਰ 'ਤੇ, ਜਿਵੇਂ ਘਰੋਂ, ਸਕੂਲੋਂ, ਦਫ਼ਤਰੋਂ, ਸਿਰੋਂ, ਪੈਰੋਂ, ਉਦੋਂ ਫਿਰ ਉੱਤੇ ਟਿੱਪੀ ਲੱਗਦੀ ਜਾਂ ਬਿੰਦੀ ਲੱਗਦੀ ਨਾਲ। ਮਛਲੀ ਜਾਲ ਨਾ ਜਾਣੇ, ਮਛਲੀ ਨੂੰ ਪਤਾ ਹੀ ਨਹੀਂ ਕਿ ਜਿਹੜਾ ਸ਼ਿਕਾਰੀ ਹੈ, ਮੱਛੀਆਂ ਫੜਨ ਮਛੇਰਾ, ਉਹਨੇ ਜਾਲ ਸੁੱਟ ਦਿੱਤਾ ਹੈ। ਉਹਨੂੰ ਗਿਆਨ ਹੀ ਨਹੀਂ ਹੈ ਕਿ ਮੈਂ ਜਾਲ ਦੇ ਵਿੱਚ ਫਸ ਜਾਵਾਂਗੇ। ਸਰ ਖਾਰਾ ਅਸਗਾਹ, ਖਾਰਾ ਕੌੜੇ ਨੂੰ ਕਹਿੰਦੇ ਨੇ, ਅਸਗਾਹ ਬਹੁਤ ਵੱਡੇ ਸਮੁੰਦਰ ਨੂੰ ਕਹਿੰਦੇ ਨੇ। ਜਿਹੜਾ ਸਮੁੰਦਰ ਹੈ ਬਹੁਤ ਵੱਡਾ ਹੈ, ਖਾਰਾ ਸਮੁੰਦਰ ਹੈ। ਮਛਲੀ ਨੇ ਸਮਝੇ ਨਹੀਂ ਕਿ ਮੈਨੂੰ ਜਾਲ 'ਚ ਫਸਾ ਲੇਗਾ ਕੋਈ ਨਾ ਕੋਈ। ਅਤ ਸਿਆਣੀ ਸੋਹਣੀ, ਦੇਖਣ ਨੂੰ ਮੱਛੀ ਬੜੀ ਸਿਆਣੀ ਹੈ, ਬੜੀ ਸੋਹਣੀ ਹੈ। ਕਿਉਂ ਕੀਤਾ ਵੈਸਾ, ਉਹਨੇ ਫਿਰ ਵਿਸ਼ਵਾਸ ਕਿਉਂ ਕੀਤਾ? ਉਹਨੂੰ ਵਿਸ਼ਵਾਸ ਨਹੀਂ ਸੀ ਕਰਨਾ ਚਾਹੀਦਾ ਵੀ ਜਾਲ ਵਾਲਾ ਮੈਨੂੰ ਫੜ ਸਕਦਾ ਹੈ। ਉਹਨੇ ਵਿਸ਼ਵਾਸ ਕਰ ਲਿਆ ਕਿ ਮੈਨੂੰ ਕਿੰਨੇ ਫੜਨਾ, ਐਡਾ ਵੱਡਾ ਸਮੁੰਦਰ ਹੈ, ਮੈਨੂੰ ਕਿੰਨੇ ਫੜਨਾ। ਪਰ ਮਛੇਰੇ ਜਿਹੜੇ ਫੜ ਲੈਂਦੇ ਨੇ। ਕੀਤੇ ਕਾਰਨ ਪਾਕੜੀ, ਕਿਉਂਕਿ ਉਹਨੇ ਵਿਸ਼ਵਾਸ ਕਰ ਲਿਆ। ਉਹਨੇ ਵਿਸ਼ਵਾਸ ਕਰ ਲਿਆ ਕਿ ਮੈਂ ਬਹੁਤ ਵੱਡੇ ਸਮੁੰਦਰ 'ਚ ਰਹਿੰਦੀ ਹਾਂ, ਮੈਨੂੰ ਇੱਥੇ ਮਛੇਰਾ ਕਿਵੇਂ ਫੜ ਸਕਦਾ ਹੈ। ਪਰ ਕਹਿੰਦੇ ਉਹਨੇ ਵਿਸ਼ਵਾਸ ਕੀਤਾ, ਇਸ ਲਈ ਫੜੀ ਗਈ। ਕਾਲ ਨਾ ਟਲੈ ਸਿਰਾਹੋਂ, ਇਸ ਲਈ ਜਿਹੜੀ ਮੌਤ ਹੈ ਉਹ ਸਿਰ ਤੋਂ ਨਹੀਂ ਟਲਦੀ। ਭਾਵੇਂ ਸਿਆਣਾ ਵੀ ਹੋਵੇ ਬੰਦਾ ਅਤੇ ਭਾਵੇਂ ਸੋਹਣਾ ਵੀ ਹੋਵੇ, ਜਿਹੜੀ ਮੌਤ ਹੈ ਇਹ ਜਿੱਦੇ ਆਉਣੀ ਹੈ ਉਹਦੇ ਆ ਹੀ ਜਾਣੀ ਹੈ। ਸਾਡੀ ਸਿਆਣਪ ਉੱਤੇ ਕੋਈ ਕੰਮ ਨਹੀਂ ਕਰਦੀ ਹੈਗੀ। ਕਹਿੰਦੇ ਕਾਲ ਜਿਹੜਾ ਇਹ ਸਿਰ ਤੋਂ ਨਹੀਂ ਟਲਦਾ। ਅਤੇ ਵਿਸ਼ਵਾਸ ਕਰ ਲਿਆ ਮੱਛੀ ਨੇ, ਇਸ ਲਈ ਪਕੜੀ ਗਈ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੈ ਅਚਿੰਤਾ ਜਾਲ ਰਹਾਓ। ਹੇ ਭਾਈ, ਇਸ ਜਿਉਂ ਮੱਛੀ ਤਿਉਂ ਮਾਨਸਾ, ਜਿਵੇਂ ਮੱਛੀ ਹੈ ਅਚਿੰਤ ਜਾਲ 'ਚ ਫਸ ਗਈ ਹੈ, ਅਚਾਨਕ ਜਾਲ 'ਚ ਫਸ ਗਈ ਹੈ। ਇਸਤਰੀ ਮਨੁੱਖ ਹੈ, ਇਹ ਮਾਇਆ ਦੇ ਜਾਲ 'ਚ ਫਸ ਜਾਂਦਾ ਹੈ।
ਉਹ ਤੇ ਰੱਸੀਆਂ ਵਾਲੇ ਜਾਲ 'ਚ ਫਸ ਗਈ, ਮਨੁੱਖ ਮਾਇਆ ਦੇ ਜਾਲ 'ਚ ਫਸ ਜਾਂਦਾ ਹੈ। ਪਵੇ ਅਚਿੰਤਾ ਜਾਲ, ਇਸ 'ਤੇ ਅਚਾਨਕ ਹੀ ਜਾਲ, ਮਾਇਆ ਦਾ ਜਾਲ ਆ ਪੈਂਦਾ ਹੈ। ਜੋ ਮੱਛੀ ਦੀ ਹਾਲਤ ਹੈ, ਮਨੁੱਖ ਦੀ ਵੀ ਉਹੀ ਹਾਲਤ ਹੈ। ਸਭ ਜਗ ਬੰਧੋ ਕਾਲ ਕੋ, ਬਿਨ ਗੁਰ ਕਾਲ ਅਫਾਰ। ਸਚ ਰਤੇ ਸੇ ਉਭਰੇ, ਦੁਬਿਧਾ ਛੋੜ ਵਿਕਾਰ। ਹੋਂ ਤਿਨ ਕੈ ਬਲਿਹਾਰਨੈ, ਦਰ ਸੱਚੈ ਸਚਿਆਰ। ਸਭ ਜਗ ਬੰਧੋ ਕਾਲ ਕੋ, ਸਾਰੇ ਸੰਸਾਰ ਨੂੰ ਕਾਲ ਨੇ ਬੰਨ੍ਹਿਆ ਹੋਇਆ ਹੈ। ਪਰ ਸਾਰਾ ਸੰਸਾਰ ਕਾਲ ਪਾ ਮੌਤ ਦੇ ਅਧੀਨ ਹੈ। ਬਿਨ ਗੁਰ ਕਾਲ ਅਫਾਰ, ਅਤੇ ਗੁਰੂ ਤੋਂ ਬਿਨਾਂ ਜਿਹੜਾ ਕਾਲ ਹੈ ਇਹ ਆਫਰਿਆ ਹੋਇਆ ਹੈ। ਜੇ ਕਈ ਬੰਦੇ ਬੜਾ ਹੰਕਾਰ ਜਲਦੇ, ਹੰਕਾਰ ਬੜਾ ਆਫਰਿਆ ਹੋਇਆ ਹੈ, ਵੀ ਬਹੁਤ ਹੰਕਾਰ ਕਰਦਾ ਹੈ। ਅਤੇ ਕਾਲ ਜਿਹੜਾ ਹੈ ਇਹ ਹੰਕਾਰ 'ਚ ਆਫਰਿਆ ਹੋਇਆ ਹੈ, ਇਹਨੇ ਛੱਡਣਾ ਨਹੀਂ ਕਿਸੇ ਨੂੰ। ਹਾਂਜੀ, ਇਸ ਤਰ੍ਹਾਂ ਕਹਿੰਦੇ ਆਪਣੇ ਸਿਰ 'ਤੇ ਕਾਲ ਸਮਝਣਾ ਹਮੇਸ਼ਾ। ਸਭ ਜਗ ਬੰਧੋ ਕਾਲ ਕੋ, ਬਿਨ ਗੁਰ ਕਾਲ ਅਫਾਰ। ਗੁਰੂ ਤੋਂ ਬਿਨਾਂ ਜਿਹੜਾ ਕਾਲ ਹੈ ਬਹੁਤ ਆਫਰਿਆ ਹੋਇਆ ਹੈ। ਇਹ ਸਾਰੇ ਸੰਸਾਰ ਕਾਲ ਦੇ ਵਿੱਚ ਬੱਝਾ ਹੋਇਆ ਹੈ, ਕਿਉਂਕਿ ਨਗੁਰਾ ਹੈ ਮਨੁੱਖ। ਸੱਚ ਰਤੇ ਸੇ ਉਭਰੇ, ਦੁਬਿਧਾ ਛੋੜ ਵਿਕਾਰ। ਜਿਹੜੇ ਪਰਮਾਤਮਾ ਦੇ ਨਾਮ ਨਾਲ ਰੰਗੇ ਗਏ, ਸੱਚ ਰਤੇ ਪਰਮਾਤਮਾ ਦੇ ਨਾਮ ਨਾਲ ਰੰਗੇ ਗਏ, ਦੁਬਿਧਾ ਛੋੜ ਵਿਕਾਰ। ਉਹਨਾਂ ਨੇ ਅੰਦਰੋਂ ਦੁਬਿਧਾ ਛੱਡ ਦਿੱਤੀ, ਅੰਦਰੋਂ ਬੁਰਾਈਆਂ ਛੱਡ ਦਿੱਤੀਆਂ। ਸੇ ਉਭਰੇ, ਉਹ ਕਹਿੰਦੇ ਇਸ ਕਾਲ ਤੋਂ, ਇਸ ਮਾਇਆ ਰੂਪੀ ਕਾਲ ਤੋਂ ਉਹ ਬਚ ਗਏ। ਬਚ ਗਏ, ਉਹ ਮਾਇਆ ਦੇ ਜਾਲ 'ਚ ਨਹੀਂ ਫਸੇ। ਨਹੀਂ ਤੇ ਕੋਈ ਆ ਦੇਖੋ ਚੋਰ ਹੈ, ਕੋਈ ਡਾਕੂ ਹੈ, ਕੋਈ ਲੁਟੇਰਾ ਹੈ, ਕੋਈ ਠੱਗ ਹੈ, ਕੋਈ ਮਿਲਾਵਟਖੋਰ ਹੈ, ਧੋਖਾਧੜੀ ਕਰਨਾ, ਰਿਸ਼ਵਤਖੋਰ ਹੈ, ਕੋਈ ਜ਼ਮੀਨ ਦੱਬਣ ਵਾਲਾ, ਪਲਾਟ ਦੱਬਣ ਵਾਲਾ, ਪੈਸੇ ਮੁੱਕਰਨ ਵਾਲਾ, ਇਹ ਸਭ ਜਿਹੜੇ ਨੇ ਇਹ ਮਾਇਆ ਦੇ ਜਾਲ 'ਚ ਫਸੇ ਹੋਏ ਹਨ। ਜਿਹੜਾ ਗੁਰੂ ਵਾਲਾ ਹੁੰਦਾ ਉਹਨੂੰ ਫਿਰ ਗੁਰੂ ਸੋਝੀ ਦਿੰਦਾ, ਉਹ ਇਹਨਾਂ ਚੀਜ਼ਾਂ ਦਾ ਫਿਰ ਬਚ ਕੇ ਰਹਿੰਦਾ ਹੈ, ਉਹ ਬਚ ਜਾਂਦਾ, ਬਾਕੀ ਫਸੇ ਹੋਏ ਹਨ। ਸੱਚ ਰਤੇ ਸੇ ਉਭਰੇ, ਦੁਬਿਧਾ ਛੋੜ ਵਿਕਾਰ। ਜਿਹੜੇ ਰੱਬੀ ਪਿਆਰ 'ਚ ਰੰਗੇ ਗਏ ਉਹ ਬਚ ਗਏ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਦੁਬਿਧਾ ਛੱਡ ਦਿੱਤੀ, ਉਹਨਾਂ ਨੇ ਵਿਕਾਰ ਬੁਰਾਈਆਂ ਛੱਡ ਦਿੱਤੀਆਂ। ਹੋਂ ਤਿਨ ਕੈ ਬਲਿਹਾਰਨੈ, ਦਰ ਸੱਚੈ ਸਚਿਆਰ। ਜਿਹੜੇ ਪਰਮਾਤਮਾ ਦੇ ਦਰ 'ਤੇ ਜਾ ਕੇ ਸਚਿਆਰ ਹੋ ਜਾਂਦੇ ਹਨ, ਸੱਚੇ ਪਰਮਾਤਮਾ ਦੇ ਦਰ 'ਤੇ ਸਚਿਆਰ ਹੁੰਦੇ ਨੇ, ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਜਿਹੜੇ ਪਰਮਾਤਮਾ ਦੇ ਦਰ 'ਤੇ ਜਾ ਕੇ ਸਚਿਆਰ ਸਾਬਤ ਹੋ ਜਾਂਦੇ ਨੇ, ਜਿਨ੍ਹਾਂ ਨੇ ਸੱਚ ਦੇ ਅਨੁਸਾਰ ਜੀਵਨ ਜਿਵੇਂ ਹੁੰਦਾ ਉਹਨਾਂ ਨੂੰ ਕਹਿੰਦੇ ਸਚਿਆਰ। ਜਿਨ੍ਹਾਂ ਨੇ ਮਾਇਆ ਨਾਲ ਲੱਗ ਕੇ ਜੀਵਨ ਜਿਵੇਂ ਹੁੰਦਾ ਉਹਨੂੰ ਕਹਿੰਦੇ ਕੂੜਿਆਰ। ਸੀ ਚਾਨੇ ਜਿਉਂ ਪੰਖੀਆ, ਜਾਲੀ ਬੱਧਿਕ ਹਾਥ। ਗੁਰ ਰਾਖੇ ਸੇ ਉਭਰੇ, ਹੋਰ ਫਾਥੇ ਚੋਗੈ ਸਾਥ। ਬਿਨ ਨਾਮੈ ਚੁਣ ਸੁਟੀਐ, ਕੋਈ ਨਾ ਸੰਗੀ ਸਾਥ। ਸੀ ਚਾਨੇ ਬਾਜ ਨੂੰ ਕਹਿੰਦੇ ਨੇ। ਬਾਜ ਹੁੰਦਾ ਜਾਨਵਰ ਨੂੰ ਝਪਟਾ ਮਾਰਦਾ ਹੈ ਅਤੇ ਲੈ ਕੇ ਉੱਡ ਜਾਂਦਾ ਹੈ। ਜਿਵੇਂ ਜਿਹੜੀ ਬਾਜਣੀ ਹੈ ਉਹ ਆਪਣੇ ਛੋਟੇ ਬੱਚੇ ਨੂੰ ਹੁਣ ਉੱਡਣਾ ਸਿਖਾਉਣਾ, ਉਹਨੂੰ ਨਾ 15 ਕਿਲੋਮੀਟਰ ਉਚਾਈ 'ਤੇ ਲੈ ਜਾਂਦੇ ਆਕਾਸ਼ 'ਚ। ਔਰ ਉਸ 'ਚ ਲਿਖਿਆ ਸੀ ਵੀ ਉਹ ਇੰਨੀ ਸਪੀਡ ਨਾਲ ਜਾਂਦੀ ਹੈ ਕਿ 15 ਕਿਲੋਮੀਟਰ ਉਹ 12 ਜਾਂ 13 ਮਿੰਟਾਂ 'ਚ ਪੂਰਾ ਕਰ ਲੈਂਦੇ। ਇੰਨੀ ਸਪੀਡ ਨਾਲ ਉਹ ਬਾਜ ਦੀ ਬੱਚੇ ਦੀ ਮਾਂ ਉੱਡਦੀ ਹੈ, ਉੱਥੇ ਜਾ ਕੇ ਉਹਨੂੰ ਛੱਡ ਦਿੰਦੀ ਹੈ। ਉੱਡ ਬਈ ਹੁਣ, ਹਾਂ ਉੱਡ ਵਾਲਾ ਡਰ ਜਾਂਦਾ, ਆਪੇ ਇੱਕ ਲੱਗਦਾ ਖੰਭ ਮਾਰਨ ਅਤੇ ਫਿਰ ਜਾਚ ਆ ਜਾਂਦੀ ਹੈ। 15 ਕਿਲੋਮੀਟਰ ਦੀ ਉਚਾਈ 'ਤੇ ਜਹਾਜ਼ ਉੱਡਦਾ ਹੈ, ਇੰਨੀ ਉਚਾਈ 'ਤੇ ਲੈ ਜਾਂਦੇ ਸਨ। ਸੀ ਚਾਨੇ ਬਾਜ ਨੂੰ ਕਹਿੰਦੇ। ਸੀ ਚਾਨੇ ਜਿਉਂ ਪੰਖੀਆ, ਜਿਵੇਂ ਬਾਜ ਪੰਛੀ ਹੈ, ਉਹ ਕਿਸੇ ਵੀ ਪੰਛੀ ਨੂੰ ਝਪਟਾ ਮਾਰ ਕੇ ਚੱਕ ਸਕਦਾ ਹੈ,
ਜਾਲੀ ਬੱਧਿਕ ਹਾਥ, ਜਾਲੀ ਭਾਵ ਜਾਲ, ਬੱਧਿਕ ਮੈਨੇ ਸ਼ਿਕਾਰੀ, ਹਾਥ ਮੈਨੇ ਹੱਥ ਵਿੱਚ। ਇਸ ਤਰ੍ਹਾਂ ਸ਼ਿਕਾਰੀ ਵੀ ਆਪਣੇ ਹੱਥ 'ਚ ਜਾਲ ਲਈ ਫਿਰਦਾ ਵੀ ਕਦੋਂ ਕਿਸੇ ਨੂੰ ਮੈਂ ਫਸਾਵਾਂ, ਕਦੋਂ ਮੇਰੇ ਜਾਲ 'ਚ ਕੋਈ ਜਾਨਵਰ ਫਸੇ। ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਥ। ਜਿਨ੍ਹਾਂ ਨੂੰ ਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ ਉਹ ਤੇ ਇਸ ਜਾਲ ਤੋਂ ਗਏ ਬਚ। ਹੋਰ ਫਾਥੇ ਚੋਗੈ ਸਾਥ, ਬਾਕੀ ਚੋਗ ਚੁਗਣ ਲਈ ਬੈਠ ਗਏ ਅਤੇ ਜਾਲ 'ਚ ਫਸ ਗਏ। ਕਿਉਂਕਿ ਹਮੇਸ਼ਾ ਮਨੁੱਖ ਜਦੋਂ ਲਾਲਚ ਕਰਦਾ ਹੈ ਉਹਦੀ ਇਹ ਮੁਸੀਬਤ ਵਿੱਚ ਫੜਿਆ ਜਾਂਦਾ ਹੈ। ਤਾਂ ਹੀ ਕਿ ਲਾਲਚ ਬੁਰੀ ਬਲਾ ਹੈ। ਲਾਲਚੀ ਬੰਦਾ ਕਿਸੇ ਵੇਲੇ ਵੀ ਵਕਤ ਨੂੰ ਫੜਿਆ ਜਾ ਸਕਦਾ ਹੈ। ਹੁਣ ਜਿਹੜੇ ਮੱਛੀ ਫੜਨ ਵਾਲੇ ਨੇ ਉਹਨਾਂ ਨੂੰ ਪਤਾ ਹੈ ਮੱਛੀ ਨੂੰ ਕਿਸ ਚੀਜ਼ ਦਾ ਲਾਲਚ ਹੈ। ਜਿਹੜੇ ਬਾਂਦਰਾਂ ਨੂੰ ਫੜਨ ਵਾਲੇ ਨੇ ਉਹਨਾਂ ਨੂੰ ਪਤਾ ਹੈ ਬਾਂਦਰ ਕਿਸ ਚੀਜ਼ ਖਾਣ ਦਾ ਸ਼ੌਕੀਨ ਹੈ। ਬੰਦੇ ਨੂੰ ਕਾਬੂ ਕਰਨਾ ਪਤਾ ਹੈ ਇਹ ਮਾਇਆ ਦੇ ਅਧੀਨ ਹੈ। ਮੈਨੂੰ ਨਾ 78 ਸਾਲ ਮਾਇਆ ਦੀ ਸ਼ਕਤੀ ਦਾ ਪਤਾ ਹੀ ਨਾ ਲੱਗਾ ਵੀ ਮਾਇਆ 'ਚ ਕਿੰਨੀ ਸ਼ਕਤੀ ਹੈ। ਇਹ ਤਾਂ 2-3 ਮਹੀਨਿਆਂ 'ਚ ਹੀ ਪਤਾ ਲੱਗਾ ਵੀ ਮਾਇਆ 'ਚ ਤਾਂ ਇੰਨੀ ਸ਼ਕਤੀ ਹੈ ਵੀ ਸਾਰੀ ਦੀ ਸਾਰੀ ਸਰਕਾਰ ਹੀ ਖਰੀਦੀ ਜਾ ਸਕਦੀ ਹੈ, ਇੰਨੀ ਤਾਕਤ ਹੈ। ਅਤੇ ਇਸ ਲਈ ਬੰਦੇ ਨੂੰ ਕਾਬੂ ਕਰਨ ਲਈ ਫਿਰ ਲੋਕਾਂ ਨੂੰ ਪਤਾ ਹੈ ਵੀ ਇਹਨੂੰ ਲਾਲਚ ਦਿਓ ਅਤੇ ਬਸ ਇਹਨੂੰ ਅਧੀਨ ਕਰ ਲਓ, ਗੁਲਾਮ ਕਰ ਲਓ। ਸ਼ਿਕਾਰੀਆਂ ਨੂੰ ਸਭ ਪਤਾ ਹੁੰਦਾ ਹੈ ਉਹਨਾਂ ਹਿਰਨ ਫੜਨਾ। ਉਹਨਾਂ ਕੋਲ ਇੱਕ ਘੰਡਾ ਹੇੜਾ ਹੁੰਦਾ, ਇੱਕ ਸਾਜ਼ ਹੁੰਦਾ, ਉਹ ਵਜਾਉਂਦੇ ਨੇ। ਉਹਦੀ ਜਿਹੜੀ ਆਵਾਜ਼ ਹੈ ਨਾ ਉਹ ਮਿਰਗ ਨੂੰ ਬੜੀ ਪਿਆਰੀ ਲੱਗਦੀ ਹੈ। ਜਦੋਂ ਉਹਦੇ ਕੰਨੀ ਆਵਾਜ਼ ਪੈਂਦੀ ਉਹ ਜਿੱਥੇ ਖੜ੍ਹਾ ਉੱਥੇ ਹੀ ਖੜ੍ਹਾ ਰਹਿ ਜਾਂਦਾ, ਅੱਖਾਂ ਬੰਦ ਕਰਕੇ ਮਸਤ ਹੋ ਜਾਂਦਾ ਅਤੇ ਹਿਰਨ ਨੂੰ ਫੜਨ ਵਾਲੇ ਆ ਕੇ ਫੜ ਲੈਂਦੇ ਹਨ। ਇਸ ਤਰ੍ਹਾਂ ਦੇਖਦੇ ਨੇ ਵੀ ਇਹ ਕਿਸ ਤਰੀਕੇ ਨਾਲ ਕਾਬੂ ਆ ਸਕਦਾ, ਉਹ ਉਹੀ ਤਰੀਕਾ ਵਰਤਦੇ ਨੇ। ਅਤੇ ਬੰਦੇ ਦੀ ਹਰ ਬੰਦੇ ਦੀ ਕੀਮਤ ਹੁੰਦੀ ਕਿ ਇਹਦੀ ਇੱਕ ਕੱਪ ਚਾਹ ਹੈ, ਇੱਕ ਕੱਪ ਚਾਹ ਨਾਲ ਵੀ ਉਹਨੂੰ ਖਰੀਦਿਆ ਜਾ ਸਕਦਾ ਹੈ। ਕਿਸੇ ਨਾਲ 2 ਪਿਆਰ ਦੀਆਂ ਗੱਲਾਂ ਕਰ ਲਈ ਤਾਂ ਵੀ ਖਰੀਦਿਆ ਜਾ ਸਕਦਾ ਹੈ। ਕੋਈ ਭਾਈ ਲੱਖ ਨਾਲ, 10 ਲੱਖ ਨਾਲ, ਕਰੋੜ ਨਾਲ, 100 ਕਰੋੜ ਨਾਲ ਖਰੀਦਿਆ ਜਾ ਸਕਦਾ ਹੈ। ਮਿਨਿਸਟਰ ਖਰੀਦੇ ਜਾ ਸਕਦੇ ਨੇ, MLA ਖਰੀਦੇ ਜਾ ਸਕਦੇ ਨੇ, ਜਿਹਨੂੰ ਮਰਜ਼ੀ ਮਾਇਆ ਨਾਲ ਖਰੀਦ ਲਓ। ਆ ਮੱਧ ਪ੍ਰਦੇਸ਼ MLA ਖਰੀਦ ਕੇ ਸਰਕਾਰ ਉਲਟਾਤੀ। ਪਡੂਚੇਰੀ ਜਿਹਨੂੰ ਕਹਿੰਦੇ ਪਾਂਡੂਚੇਰੀ, ਉੱਥੇ ਵੀ ਖਰੀਦੇ ਸਰਕਾਰ ਉਲਟਾਤੀ। ਸਭ ਕਊ ਮਾਲ ਹੈ। ਅਸਲ ਲੋਕਾਂ ਨੂੰ ਚਾਹੀਦਾ ਜਿਹੜਾ ਇਸ ਤਰ੍ਹਾਂ ਵਿਕਦੇ ਨਾ, ਅਗਲੀ ਵਾਰੀ ਜੇ ਖੜ੍ਹੇ ਹੋ ਜਾਣ ਬਸ ਉਹਨੂੰ ਖੜ੍ਹਨ ਨਹੀਂ ਦੇਣ ਕਿਤੇ, ਘਰਾਓ ਕਰ ਲੈਣਾ ਬਸ। ਆਹ ਤੈਨੂੰ ਦੱਸਦੇ ਹਾਂ, ਤੂੰ ਅਸੀਂ ਤੈਨੂੰ ਜਿਤਾਇਆ ਸੀ ਦੂਜੀ ਪਾਰਟੀ ਤੋਂ, ਤੂੰ ਪੈਸੇ ਲੈ ਕੇ ਦੂਜੀ ਪਾਰਟੀ 'ਚ ਰਲ ਗਿਆ। ਉਹਦੀ ਫੱਟੀ ਪਹੁੰਚ ਦੇਣੀ ਚਾਹੀਦੀ ਤਾਂ ਇਹ ਲੋਕ ਠੀਕ ਹੋਣਗੇ, ਉਂਝ ਨਹੀਂ ਠੀਕ ਹੁੰਦੇ ਹਨ। ਪਰ ਅੱਗੋਂ ਵੀ ਚਮਚੇ ਨੇ, ਬੋਤਲ ਪਿਲਾ ਦਿੰਦੇ ਹੈ, ਫਿਰ ਹਾਂ ਬੱਲੇ ਬੱਲੇ, ਜਿੰਦਾਬਾਦ 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 ਮੁਰਦਾਬਾਦ। ਸਾਡੀ ਤਾਂ ਇੰਨੀ ਕੁ ਕੀਮਤ ਹੈ, 500 ਰੁਪਏ ਕੀਮਤ ਹੈ। ਬੋਤਲ ਪਿਲਾ ਜੇ 500 ਰੁਪਈਆ ਦੇ ਕੋਈ 1100 ਦੇ ਵਿਕ ਜਾਂਦਾ ਹੈ। ਵੋਟਾਂ ਖਰੀਦੀਆਂ, ਚਲੋ ਜੇ ਆਪਣਾ ਰਾਜ ਕੀਤਾ, 5 ਸਾਲ ਲੁੱਟਦੇ ਰਹੋ, ਫਿਰ ਵੋਟਾਂ ਖਰੀਦ ਲਓ, ਫਿਰ ਰਾਜ ਕਰੀ ਜਾਓ। ਇਸੇ ਤਰ੍ਹਾਂ ਹੀ ਸਮਝਾਇਆ ਸਾਰਾ ਕੁਛ ਇਹ। ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਥ। ਬਾਕੀ ਦੇ ਚੋਗ ਚੁਗਣ ਲਈ ਬੈਠੇ ਸਨ, ਫਸ ਗਏ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ ਉਹ ਬਚ ਗਏ, ਉਹ ਮਾਇਆ ਦੀ ਚੋਗ ਤੋਂ ਬਚ ਗਏ। ਉਹ ਸਿਰ ਦਸਾਂ ਦੀ ਕਿਰਤ ਕਰਦੇ ਰਹੇ ਬਸ। ਬਿਨ ਨਾਮੈ ਚੁਣ ਸੁੱਟੀਆਂ ਕੋਈ ਨਾ ਸੰਗੀ ਸਾਥ। ਜਿਹੜਾ ਬੰਦਾ ਨਾਮ ਨਹੀਂ ਨਾ ਜਪਦਾ ਉਹਨੂੰ ਫਿਰ ਜਦੋਂ ਪਰਮਾਤਮਾ ਦੇ ਦਰਬਾਰ ਜਦੋਂ ਚੁੱਕ ਕੇ ਬਾਹਰ ਸੁੱਟ ਦਿੰਦੇ ਨੇ ਕਿ ਚੱਲ ਤੂੰ ਅੰਦਰ ਵੜ ਹੀ ਨਹੀਂ ਸਕਦਾ, ਤੂੰ ਨਾਮ ਨਹੀਂ ਜਪਿਆ ਹੈ। ਕੋਈ ਨਾ ਸੰਗੀ ਸਾਥ ਦਾ ਕੋਈ ਫਿਰ ਸੰਗੀ ਸਾਥੀ ਉੱਥੇ ਹੁੰਦੇ ਹੀ ਨਹੀਂ ਹੈ, ਕਿਉਂਕਿ ਉੱਥੇ ਤਾਂ ਜੀਓ ਨਵੇਂ ਨੇ। ਇਹ ਥੋੜ੍ਹੇ ਜਿਹੇ ਇੱਥੇ ਰਹਿ ਰੂ ਜਾਂਦੇ।
ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ, ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ। ਮਨ ਮੁਖ ਇਕੱਠੇ ਨਹੀਂ ਪੜ੍ਹਨਾ ਇਹਨੂੰ, ਮਨ ਮੁਖ ਇਕੱਠਾ ਸ਼ਬਦ ਨਹੀਂ ਪੜ੍ਹਨਾ, ਦੋ ਸ਼ਬਦ ਨੇ ਇਹ। ਜੇ ਮਨ ਮੁਖ ਹੁੰਦਾ ਫਿਰ ਨੰਨੇ ਨੂੰ ਸਿਹਾਰੀ ਨਹੀਂ ਸੀ ਹੋਣਾ ਜੀ, ਇੱਕੋ ਸ਼ਬਦ ਹੁੰਦਾ। ਇਹ ਦੋ ਨੇ, ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ। ਸੱਚੋ ਸੱਚਾ ਆਖੇ, ਪਰਮਾਤਮਾ ਨੂੰ ਸੱਚਾ ਕਿਹਾ ਜਾਂਦਾ ਹੈ। ਸੱਚੇ ਸੱਚਾ ਥਾਨ, ਉਸ ਸੱਚੇ ਦਾ ਥਾਂ ਵੀ ਸੱਚਾ, ਉਹ ਆਪ ਵੀ ਸਦਾ ਰਹਿਣ ਵਾਲਾ ਹੈ, ਉਹਦਾ ਥਾਂ ਵੀ ਸਦਾ ਰਹਿਣ ਵਾਲਾ ਹੈ। ਇਸ ਲਈ ਉਹਨੂੰ ਕਿਹਾ ਸੱਚ ਖੰਡ। ਉਹ ਖੰਡ, ਉਹ ਜ਼ਮੀਨ ਦਾ ਟੁਕੜਾ ਜਿਹੜਾ ਸਦਾ ਰਹਿਣ ਵਾਲਾ ਹੈ, ਉਹਦਾ ਨਾਂ ਹੀ ਸੱਚ ਖੰਡ ਰੱਖਦਾ ਹੈ। ਉੱਥੇ ਪਰਮਾਤਮਾ ਵਸਦਾ ਹੈ। ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ, ਪਰਮਾਤਮਾ ਨੂੰ ਸੱਚਾ ਕਿਹਾ ਜਾਂਦਾ ਹੈ, ਉਹਦਾ ਥਾਂ ਵੀ ਸੱਚਾ ਹੈ। ਜਿਨੇ ਸੱਚਾ ਮੰਨਿਆ, ਜਿਨ੍ਹਾਂ ਨੇ ਪਰਮਾਤਮਾ ਨੂੰ ਮੰਨ ਲਿਆ, ਤਿੰਨ ਮਨ ਸੱਚ ਧਿਆਨ, ਉਹਨਾਂ ਦੇ ਮਨ ਵਿੱਚ ਹਮੇਸ਼ਾ ਪਰਮਾਤਮਾ ਦਾ ਧਿਆਨ ਰਹਿੰਦਾ ਹੈ। ਸੱਚ ਧਿਆਨ, ਰੱਬੀ ਧਿਆਨ, ਉਹਨਾਂ ਦਾ ਹਮੇਸ਼ਾ ਪਰਮਾਤਮਾ ਵੱਲ ਧਿਆਨ ਰਹਿੰਦਾ ਹੈ, ਕਿਉਂਕਿ ਉਹਨਾਂ ਨੇ ਮੰਨ ਲਿਆ ਹੈ। ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ, ਜਿਨ੍ਹਾਂ ਨੂੰ ਗੁਰੂ ਰਾਹੀਂ ਗਿਆਨ ਹੋ ਗਿਆ, ਉਹ ਮਨ ਕਰਕੇ ਅਤੇ ਮੁਖ ਕਰਕੇ ਸੁੱਚੇ ਜਾਣ ਜਾਂਦੇ ਹਨ। ਉਹ ਮਨ ਦੇ ਵੀ ਸੁੱਚੇ, ਮੁਖ ਦੇ ਵੀ ਸੁੱਚੇ। ਕਈ ਲੋਕ ਮਨ ਦੇ ਤਾਂ ਕਾਲੇ ਹੁੰਦੇ ਨੇ, ਮੂੰਹ ਦੇ ਬੜੇ ਮਿੱਠੇ ਹੁੰਦੇ ਨੇ। ਨਹੀਂ, ਉਹ ਮਨ ਦੇ ਵੀ ਸੁੱਚੇ ਅਤੇ ਮੁਖ ਦੇ ਵੀ ਸੁੱਚੇ। ਕਿਉਂ? ਕਿਉਂਕਿ ਉਹਨਾਂ ਕੋਲ ਗੁਰੂ ਦਾ ਗਿਆਨ ਹੁੰਦਾ ਹੈ। ਸਤਿਗੁਰ ਅੱਗੇ ਅਰਦਾਸ ਕਰ, ਸਾਜਣ ਦੇ ਮਿਲਾਏ, ਸਾਜਨ ਮਿਲਿਆ ਸੁਖ ਪਾਇਆ। ਜਮਦੂਤ ਮੂਏ ਬਿਖ ਖਾਏ, ਨਾਵੇਂ ਅੰਦਰ ਹੋਂ ਵਸਾਂ। ਹੋਂ ਆ ਗਿਆ, ਇਸੇ ਅੱਗੇ ਹੈਗਾ ਵਸਾਂ। ਨਾਵੇਂ ਅੰਦਰ ਹੋਂ ਵਸਾਂ, ਨਾਉ ਵਸੈ ਮਨ ਆਏ। ਸਤਿਗੁਰ ਅੱਗੇ ਅਰਦਾਸ ਕਰ, ਕਹਿੰਦੇ ਆਪਣੇ ਗੁਰੂ ਦੇ ਅੱਗੇ ਅਰਦਾਸ ਕਰ ਭਾਈ। ਸਾਜਣ ਦੇ ਮਿਲਾਏ, ਫਿਰ ਰੱਬ ਨਾਲ ਮਿਲਾ ਦੇਵੇਗਾ। ਫਿਰ ਗੁਰੂ ਕੀ ਕਰੇਗਾ? ਸਾਨੂੰ ਰੱਬ ਦੇ ਨਾਲ ਮਿਲਾ ਦੇਗਾ। ਸਾਜਨ ਮਿਲੇ, ਫਿਰ ਰੱਬ ਮਿਲਣ ਨਾਲ ਕੀ ਹੋਏਗਾ? ਸੁੱਖ ਪਾਇਆ, ਸਦਾ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਜਮਦੂਤ ਮੂਏ ਬਿਖ ਖਾਏ, ਅਤੇ ਜਮ ਜਿਹੜੇ ਨੇ ਉਹ ਜ਼ਹਿਰ ਖਾ ਕੇ ਮਰ ਗਏ। ਭਾਵ ਜਮਦੂਤ ਫਿਰ ਨੇੜੇ ਨਹੀਂ ਆਉਂਦੇ, ਭੱਜ ਭੁੱਜ ਜਾਂਦੇ ਹਨ। ਇੱਥੇ ਉਂਝ ਨਹੀਂ ਵੀ ਜ਼ਹਿਰ ਖਾ ਕੇ ਮਰ ਗਏ ਹੋ, ਭਾਵ ਫਿਰ ਉਹ ਜਮਦੂਤ ਲੈਣ ਹੀ ਨਹੀਂ ਉਸ ਨੂੰ ਆਉਂਦੇ। ਜਮਦੂਤ ਉਹਦੇ ਨੇੜੇ ਨਹੀਂ ਆਉਂਦੇ, ਦੂਰ ਰਹਿੰਦੇ ਹਨ ਉਸ ਤੋਂ, ਕਿਉਂਕਿ ਉਹਨੂੰ ਪਰਮਾਤਮਾ ਮਿਲ ਗਿਆ ਹੁੰਦਾ ਹੈ। ਨਾਮ ਜਪਣ ਵਾਲੇ ਦੇ ਨੇੜੇ ਨਹੀਂ ਆਉਂਦੇ, ਅਤੇ ਜਿਹਨੂੰ ਰੱਬ ਮਿਲ ਗਿਆ ਉਹਦੇ ਜਮਦੂਤਾਂ ਨੇ ਕਿਤੇ ਨੇੜੇ ਆਉਣਾ। ਨਾਵੇਂ ਅੰਦਰ ਹੋਂ ਵਸਾਂ, ਨੌ ਵਸੈ ਮਨ ਆਏ। ਮੈਂ ਨਾਮ ਦੇ ਅੰਦਰ ਵਸਦਾ ਹਾਂ ਅਤੇ ਨਾਮ ਮੇਰੇ ਅੰਦਰ ਮਨ 'ਚ ਵਸਦਾ ਹੈ। ਕਹਿੰਦੇ ਮੈਂ ਹੁਣ ਨਾਮ ਦੇ ਅੰਦਰ ਵਸਦਾ, ਨਾਮ ਮੇਰੇ ਅੰਦਰ ਵਸਦਾ ਹੈ। ਬਾਜ ਗੁਰੂ ਗੁਬਾਰ ਹੈ, ਬਿਨ ਸ਼ਬਦੈ ਬੂਝ ਨਾ ਪਾਏ। ਗੁਰਮਤੀ ਪ੍ਰਗਾਸ ਹੋਏ, ਸੱਚ ਰਹਿ ਲਿਵ ਲਾਏ। ਤਿੱਥੈ ਕਾਲ ਨਾ ਸੰਚਰੈ, ਜੋਤੀ ਜੋਤ ਸਮਾਏ। ਬਾਜ ਗੁਰੂ ਗੁਬਾਰ ਹੈ, ਗੁਰੂ ਤੋਂ ਬਿਨਾਂ ਹਨੇਰ ਕੁੱਪ ਹੈ। ਗੁਬਾਰ ਦਾ ਕੁੱਪ ਹਨੇਰਾ। ਇੱਕ ਤੇ ਆ ਰਾਤ ਹੁੰਦੀ ਹੈ, ਇਹ ਕੁੱਪ ਹਨੇਰਾ ਹੈ। ਨਹੀਂ, ਇਹ ਤਾਂ ਦਿਨ ਰਾਤ ਕੁਦਰਤ ਵੱਲੋਂ ਹਨੇਰਾ ਹੋਣਾ ਹੀ ਹੋਣਾ ਹੈ, ਕਿਉਂਕਿ ਧਰਤੀ ਘੁੰਮਦੀ ਦੂਜੇ ਪਾਸੇ ਚਲੀ ਗਈ ਹੈ, ਸੂਰਜ ਦੂਜੇ ਪਾਸੇ ਰਹਿ ਗਿਆ ਹੈ, ਇਸ ਲਈ ਉੱਥੇ ਹਨੇਰਾ ਹੋ ਗਿਆ। ਆਪਾਂ ਉਹਨੂੰ ਰਾਤ ਕਹਿ ਦਿੰਦੇ ਹਾਂ, ਅਤੇ ਜਦੋਂ ਸੂਰਜ ਦੇ ਸਾਹਮਣੇ ਧਰਤੀ ਆ ਚਾਨਣ ਹੋ ਜਾਂਦਾ, ਆਪਾਂ ਉਹਨੂੰ ਦਿਨ ਕਹਿ ਦਿੰਦੇ ਬਸ। ਇੱਥੇ ਕੀ ਭਾਵ ਹੈ ਵੀ ਗੁਰੂ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਅੰਦਰ ਕੁੱਪ ਹਨੇਰਾ ਹੈ।
ਭਾਵ ਗੁਰੂ ਤੋਂ ਬਿਨਾਂ ਮਨੁੱਖ ਅਗਿਆਨੀ ਹੈ। ਬਿਨ ਸ਼ਬਦੈ ਬੂਝ ਨਾ ਪਾਏ। ਇਹਨੂੰ ਗੁਰੂ ਦੇ ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹਨੂੰ ਸੋਝੀ ਨਹੀਂ ਆਉਂਦੀ। ਇਹ ਸੋਝੀ ਬਾਣੀ ਦਿੰਦੀ। ਜਦੋਂ ਆਪਾਂ ਬਾਣੀ ਨੂੰ ਅਰਥਾਂ ਸਮੇਤ ਪੜ੍ਹਦੇ ਹਾਂ ਨਾ, ਫਿਰ ਸੋਝੀ ਆਉਂਦੀ ਹੈ। ਫਿਰ ਬੰਦਾ ਵੇਖਦਾ, ਕੰਪੈਰੀਜ਼ਨ ਕਰਦਾ, ਬਾਣੀ ਕੀ ਕਹਿੰਦੀ ਹੈ ਅਤੇ ਮੈਂ ਕੀ ਕਰਦਾ ਰਿਹਾ ਜਾਂ ਕੀ ਕਰਦਾ ਹਾਂ। ਰਿਹਾ ਹਾਂ ਤਾਂ ਛੱਡੋ, ਉਹ ਤਾਂ ਲੰਘ ਗਿਆ ਸਮਾਂ, ਉਸ ਬਾਰੇ ਸੋਚਣਾ ਫਜ਼ੂਲ ਹੈ। ਇੱਕ ਬੰਦਾ ਰਿਸ਼ਵਤ ਲੈਂਦਾ ਰਿਹਾ, ਉਹ ਤਾਂ ਲੈਂਦਾ ਰਿਹਾ ਪਹਿਲਾਂ, ਗੱਲ ਤਾਂ ਹੁਣ ਦੀ ਹੈ। ਬਾਣੀ ਕਹਿੰਦੇ ਭਾਈ 10 ਦੀ ਕਿਰਤ ਕਰਨੀ ਹੈ। ਅਗਰ ਉਹਦੀ ਹੁਣ ਵੀ 10 ਦੀ ਕਿਰਤ ਨਹੀਂ ਤਾਂ ਇਹਦਾ ਮਤਲਬ ਉਹਦਾ ਜੀਵਨ ਗੁਰਬਾਣੀ ਦੇ ਵਿਰੁੱਧ ਹੈ। ਅਤੇ ਜਿਹਦਾ ਜੀਵਨ ਗੁਰਬਾਣੀ ਦੇ ਵਿਰੁੱਧ ਹੋਏਗਾ ਉਹ ਹਮੇਸ਼ਾ ਦੁਖੀ ਰਹੇਗਾ, ਉਹ ਸੁਖੀ ਨਹੀਂ ਰਹਿ ਸਕਦਾ। ਰਿਸ਼ਵਤਖੋਰ ਸੁਖੀ ਨਹੀਂ ਹੋ ਸਕਦੇ। ਇਹ ਜਿੰਨਾ ਚਿਰ ਪਾਵਰ 'ਚ ਹੁੰਦੇ ਨੇ ਉਹਨਾਂ ਚਿਰ ਤਾਂ ਠੀਕ ਹੈ, ਜਦੋਂ ਗੱਦੀਆਂ ਲੈਂਦੇ ਨਾ ਫਿਰ ਭੱਜੇ ਫਿਰਦੇ ਨੇ, ਫਿਰ ਭੱਜੇ ਫਿਰਦੇ ਕਿਸੇ ਤਰ੍ਹਾਂ ਸਾਡੀ ਜ਼ਮਾਨਤ ਹੋ ਜਾਏ। ਹਾਂਜੀ, ਪੁਲਿਸ ਸਾਨੂੰ ਫੜੇ ਨਾ ਵੀ ਸਾਡਾ ਕੁਟਾਪਾ ਇਨਕੁਆਇਰੀ ਹੋਣੀ ਹੈ। ਹਾਂਜੀ, ਕਿਉਂਕਿ ਫਿਰ ਕਈ ਵਾਰੀ ਉਹਨਾਂ ਦੇ ਵੱਸ ਬੰਦਾ ਆ ਜਾਂਦਾ, ਜਦੋਂ ਅਫਸਰ ਹੁੰਦਿਆਂ ਹੋਇਆਂ ਬੇਇਨਸਾਫੀਆਂ ਕੀਤੀਆਂ ਨੇ ਹੇਠਲੇ ਕਰਮਚਾਰੀਆਂ ਨਾਲ, ਉਹਨਾਂ ਦੇ ਅੜਿੱਕੇ ਆ ਜਾਂਦਾ। ਫਿਰ ਕਹਿੰਦਾ ਆ ਜਾ ਹੁਣ ਦੱਸ ਦੇ ਤੈਨੂੰ। ਫਿਰ ਜਿਹੜਾ ਹੈ ਆਪਣਾ ਮੂੰਹ ਬੰਨ੍ਹ ਲੈਂਦੇ ਨੇ ਵੀ ਪਤਾ ਨਾ ਲੱਗੇ ਕੌਣ ਕੁੱਟ ਰਿਹਾ ਹੈ, ਕਿਹੜਾ ਪੁਲਿਸ ਵਾਲਾ ਕੁੱਟ ਰਿਹਾ ਹੈ। ਸਿਰਫ ਅੱਖਾਂ ਹੀ ਅੱਖਾਂ ਨੰਗੀਆਂ ਹੁੰਦੀਆਂ, ਬਾਕੀ ਸਾਰਾ ਮੂੰਹ ਢੱਕ ਲੈਂਦੇ ਨੇ ਅਤੇ ਫਿਰ ਰਾਤ ਨੂੰ ਕੁਟਾਪਾ ਕਰਦੇ ਨੇ ਉਹਦਾ। ਹਾਂਜੀ, ਤਾਂ ਇਹ ਵੀ ਨਾ ਪਤਾ ਲੱਗੇ ਕਿਹੜਾ ਸਿਪਾਹੀ ਕੁੱਟ ਰਿਹਾ ਨਾ, ਕੋਈ ਨਾ ਪਤਾ ਲੱਗਿਆ। ਖੈਰ, ਗੁਰੂ ਮਹਾਰਾਜ ਕਹਿੰਦੇ ਬਾਜ ਗੁਰੂ ਗੁਬਾਰ ਹੈ, ਬਿਰ ਸ਼ਬਦੈ ਬੂਝ ਨਾ ਪਾਏ। ਗੁਰੂ ਤੋਂ ਬਿਨਾਂ ਅੰਦਰ ਘੁੱਪ ਹਨੇਰਾ ਰਹਿੰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਸੋਝੀ ਹੀ ਨਹੀਂ ਆਉਂਦੀ ਵੀ ਜੀਵਨ ਜਿਉਣਾ ਕਿਵੇਂ ਹੈ। ਜੀਵਨ ਜਾਚ ਹੀ ਨਹੀਂ ਆਉਂਦੀ ਹੈਗੀ। ਗੁਰਮਤਿ ਪ੍ਰਕਾਸ਼ ਹੋਏ, ਜਦੋਂ ਮਨੁੱਖ ਗੁਰੂ ਦੀ ਮੱਤ 'ਤੇ ਚੱਲਦਾ ਨਾ, ਇਹ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ। ਪ੍ਰਕਾਸ਼ ਮਨੇ ਚਾਨਣ। ਇੱਕ ਤਾਂ ਆਹ ਚਾਨਣ ਟਿਊਬਾਂ ਦਾ, ਇਹ ਨਹੀਂ। ਗੁਰੂ ਦੀ ਮੱਤ 'ਤੇ ਚੱਲ ਗਏ, ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਕੀ ਕਰਦਾ ਬੰਦਾ? ਸੱਚ ਰਹਿ ਲਿਵਲਾਏ। ਫਿਰ ਪਰਮਾਤਮਾ ਦੇ ਨਾਲ ਸਿਆਰੀ ਲੱਗੀ ਹੈ ਸੱਚ ਨੂੰ, ਪਰਮਾਤਮਾ ਦੇ ਨਾਲ ਫਿਰ ਇਹ ਲਿਵ ਲਾ ਕੇ ਰੱਖਦਾ ਹੈ। ਇਹਦੀ ਫਿਰ ਲਿਵ ਲੱਗ ਜਾਂਦੀ ਹੈ। ਬੜੇ ਧਿਆਨ ਨਾਲ ਫਿਰ ਭਜਨ ਬੰਦਗੀ ਕਰਦਾ ਹੈ। ਬੇਧਿਆਨਾ ਹੋ ਕੇ ਨਹੀਂ ਕਰਦਾ, ਧਿਆਨ ਨਾਲ ਕਰਦਾ। ਤਿੱਥੈ ਕਾਲ ਨਾ ਸੰਚਰੈ, ਜੋਤੀ ਜੋਤ ਸਮਾਏ। ਉਸ ਅਵਸਥਾ 'ਤੇ ਫਿਰ ਕਾਲ ਪਹੁੰਚਦਾ ਹੀ ਨਹੀਂ ਹੈ। ਸੰਚਰੈ ਪਹੁੰਚਣਾ ਉੱਥੇ ਜਿੱਥੇ ਉਹ ਸਦਾ ਲਿਵ ਲਾ ਕੇ ਰੱਖਦਾ ਨਾ, ਉਸ ਅਵਸਥਾ 'ਤੇ ਜਾ ਕੇ ਇਹ ਕਾਲ ਪਹੁੰਚਦਾ ਹੀ ਨਹੀਂ ਹੈ। ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਂਦਾ ਹੈ। ਮਨੁੱਖ ਦੀ ਜੋਤ ਪਰਮਾਤਮਾ ਦੀ ਜੋਤ ਜਾ ਕੇ ਸਮਾ ਜਾਂਦੀ ਹੈ। ਜੋਤੀ ਜੋਤ ਸਮਾਏ। ਜੋਤੀ ਮਨੁੱਖ ਦੀ ਜੋਤੀ, ਜੋਤ ਤੱਤੇ ਨੂੰ ਸਰੀ ਹੈ। ਜੋਤ ਵਿੱਚ, ਰੱਬੀ ਜੋਤ ਵਿੱਚ ਸਮਾ ਜਾਂਦੀ ਹੈ। ਅੱਗੇ ਕਹਿੰਦੇ ਤੂੰ, ਹੁਣ ਤੂੰ ਅੱਗੇ ਹੈ ਨਹੀਂ ਹੋਏਗਾ, ਕੀ ਹੋਏਗਾ? ਹੈ। ਤੂੰ ਹੈ ਸਾਜਨ, ਤੂੰ ਸੁਜਾਨ, ਤੂੰ ਆਪੇ ਮੇਲਣ ਹਾਰ। ਗੁਰ ਸ਼ਬਦੀ ਸਾਲਾਹੀ ਹੈ, ਅੰਤ ਨਾ ਪਾਰਾਵਾਰ। ਤਿੱਥੈ ਕਾਲ ਨਾ ਆਪਣੈ, ਜਿੱਥੈ ਗੁਰ ਕਾ ਸ਼ਬਦ ਅਪਾਰ। ਤੂੰ ਹੈ ਸਾਜਨ, हे परमात्मा तू सज्जन है, तू सुजान, तू जानी जान है, तू आपे मेलनहार, तू आप ही अपने नाल मिलाउण वाला है। गुर शब्दी सलाही है, अंत ना पारावार। ओ परमात्मा जिहदा कोई अंत नहीं, जिहदा कोई उरला परला बन्ना नहीं, पाव जो बेअंत है, ਉਹ ਗੁਰੂ ਦੇ ਸ਼ਬਦ ਰਾਹੀਂ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਗੁਰ ਸ਼ਬਦੀ
ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ 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 ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਤਿੱਥੈ ਕਾਲ ਨਾ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ। ਉਹ ਪਰਮਾਤਮਾ ਜੋ ਅਪਾਰ ਹੈ, ਜੋ ਬੇਅੰਤ ਹੈ, ਉੱਥੋਂ ਤੱਕ ਕਹਿੰਦੇ ਕਾਲ ਪਹੁੰਚਦੇ ਨਹੀਂ, ਕਿਉਂਕਿ ਮਨੁੱਖ ਦੇ ਕੋਲ ਗੁਰੂ ਦਾ ਸ਼ਬਦ ਹੁੰਦਾ ਹੈ। ਗੁਰੂ ਦਾ ਦਿੱਤਾ ਹੋਇਆ ਸ਼ਬਦ ਜਿੱਥੇ ਹੋਏਗਾ ਨਾ, ਉੱਥੇ ਕਾਲ ਪਹੁੰਚ ਹੀ ਨਹੀਂ ਸਕਦਾ ਹੈਗਾ। ਅਪੜਾ ਹੁੰਦਾ ਪਹੁੰਚਣਾ, ਉੱਥੇ ਜੰਮ ਪਹੁੰਚ ਹੀ ਨਹੀਂ ਸਕਦੇ ਜਿੱਥੇ ਮਨੁੱਖ ਦੇ ਕੋਲ ਗੁਰੂ ਦਾ ਸ਼ਬਦ ਹੁੰਦਾ ਹੈ, ਨਾਮ ਜਪਦਾ ਹੈ। ਹੁਕਮੀ ਸਭੋ ਊਪਜੈ ਹੁਕਮੀ ਕਾਰ ਕਮਾਹੇ। ਹੁਕਮੀ ਕਾਲੈ ਵਸ ਹੈ ਹੁਕਮੀ ਸੱਚ ਸਮਾਹੇ। ਨਾਨਕ ਜੋ ਤਿਸ ਭਾਵੈ ਸੋ ਥੀਐ ਇਹਨਾਂ ਜਨਤਾ ਵਸ ਕਿਛ ਨਾਹੀਂ। ਹੁਕਮੀ ਸਭੇ ਉਪਜੈ। ਸਾਰੇ ਜੀਵ ਪਰਮਾਤਮਾ ਦੇ ਹੁਕਮ ਨਾਲ ਹੀ ਪੈਦਾ ਹੁੰਦੇ ਹਨ। ਹੁਕਮੀ ਕਾਰ ਕਮਾਹੇ ਅਤੇ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਕੰਮ ਕਰਦੇ ਨੇ। ਜਿਤ ਜਿਤ ਲਾਵੋ ਤਿਤ ਤਿਤ ਲਗਨਾ। ਪਰਮਾਤਮਾ ਦੇ ਹੁਕਮ ਨਾਲ ਹੀ ਮਨੁੱਖ ਕਾਰ ਕਰ ਰਿਹਾ ਹੈ। ਇਹ ਮਨੁੱਖ ਆਪਣੀ ਮਰਜ਼ੀ ਨਹੀਂ ਕਰ ਸਕਦਾ, ਸਭ ਉਹਦੇ ਹੁਕਮ 'ਚ ਹੋ ਰਿਹਾ ਹੈ। ਦੇਖਣ ਨੂੰ ਆਪਾਂ ਲੱਗਦਾ ਜਿਹੜਾ ਚੋਰ ਹੈ ਜੀ ਆਪਣੀ ਮਰਜ਼ੀ ਕਰ ਰਿਹਾ ਹੈ, ਨਹੀਂ, ਉਸੇ ਨੇ ਉਹਦੇ ਮਗਰਲੇ ਕਰਮ ਵੇਖੇ, ਉਸ ਪਾਸੇ ਲਾਤਾ ਉਸਨੂੰ। ਸਾਡੇ ਮਗਰਲੇ ਕਰਮ ਵੇਖੇ ਜਾਂਦੇ ਨੇ, ਫਿਰ ਜਿਹੋ ਜਿਹੇ ਸਾਡੇ ਕਰਮ ਦੇ ਪਰਮਾਤਮਾ ਉਹੋ ਜਿਹੇ ਪਾਸੇ ਸਾਨੂੰ ਲਾਉਂਦਾ ਹੈ। ਸਾਡੇ ਚੰਗੇ ਕਰਮ ਸਨ, ਪਿਛਲੇ ਜਨਮ 'ਚ ਸਤਸੰਗ ਕੀਤੀ, ਥੋੜ੍ਹੀ ਬਹੁਤੀ ਭਜਨ ਬੰਦਗੀ ਕੀਤੀ, ਪਰਮਾਤਮਾ ਨੇ ਸਾਡਾ ਕਰਮ ਵੇਖਿਆ, ਸਾਨੂੰ ਹੁਣ ਸਤਸੰਗ 'ਚ ਭੇਜਦਾ ਵੀ ਜੋ ਭਾਈ ਬਾਣੀ ਪੜ੍ਹੋ, ਸਤਸੰਗ ਕਰੋ, ਨਾਮ ਜਪੋ, ਇਸ ਪਾਸੇ ਲਾਤਾ ਉਸਨੇ। ਸਾਡੇ ਕਰਮਾਂ ਨੂੰ ਵੇਖ ਕੇ ਲਾਇਆ ਹੈ, ਉਂਝ ਨਹੀਂ ਕੀਤਾ ਵੀ ਕਿਸੇ ਨੂੰ ਚੋਰੀ ਵਾਲੇ ਪਾਸੇ ਲਾਤਾ ਅਤੇ ਕਿਸੇ ਨੂੰ ਭਜਨ ਬੰਦਗੀ ਵਾਲੇ ਪਾਸੇ ਲਾਤਾ। ਉਹ ਰੱਬ ਹੀ ਕਾਹਦਾ? ਉਹ ਫਿਰ ਰੱਬ ਹੀ ਕਾਹਦਾ ਹੋਇਆ ਜਿਹੜਾ ਪੁੱਠੇ ਪਾਸੇ ਲਾ ਦੇ ਕਿਸੇ ਨੂੰ? ਉਹਦੇ ਕਰਮ ਵੇਖਦਾ ਹੈ ਬਈ ਇਹਦੇ ਕਰਮ ਦਾ ਕਰਨਾ ਭੁਗਤਾਨ। ਇਸ ਤੋਂ ਇੱਥੇ ਉਹ ਕੰਮ ਕਰਾਇਆ ਜਾਵੇ ਜਿਸ ਨਾਲ ਇਹਨੂੰ ਜੇਲ੍ਹ ਹੋ ਜਾਏ ਜਾਂ ਇਹ ਡੰਡੇ ਖਾਵੇ, ਪੁਲਿਸ ਦੇ ਛਿੱਤਰ ਖਾਵੇ, ਉਹ ਉਸ ਕੰਮ 'ਤੇ ਉਸਨੂੰ ਲਾ ਦਿੰਦਾ। ਉਹਦਾ ਮਗਰਲੇ ਕਰਮ ਹੁੰਦਾ। ਐਕਚੁਅਲੀ ਮਗਰਲਾ ਕਰਮ ਜਿਹੜਾ ਹੈ ਨਾ, ਐਸਾ ਜ਼ਬਰਦਸਤ ਨਾ, ਵੱਡਿਆਂ ਵੱਡਿਆਂ ਦੀ ਮੱਤ ਮਾਰ ਦਿੰਦਾ ਹੈ। ਲੋਕਾਂ ਨੂੰ ਮੱਤਾਂ ਦੇਣ ਵਾਲੇ ਸੰਤ ਮਹਾਤਮਾ ਹੈ ਜੀ, ਅੱਜ ਜੇਲ੍ਹ 'ਚ ਬੈਠੇ ਨੇ। ਜੇ ਉਹਨਾਂ ਦੇ ਕੈਸਟਾਂ ਤੁਸੀਂ ਸੁਣੋ, ਬਹੁਤ ਵਧੀਆ ਗਿਆਨ ਦਿੱਤਾ, ਬਹੁਤ ਵਧੀਆ ਦਿੱਤਾ। ਇੱਕ ਵਾਰੀ ਮੈਂ ਇਹ ਸਰਸੇ ਵਾਲੇ ਦੀ ਕੈਸਟ ਕੁਦਰਤੀ ਟੀ ਵੀ 'ਤੇ ਕੋਈ ਆ ਰਿਹਾ ਸੀ ਜੀ, ਬੜਾ, ਉਦੋਂ ਮੇਰੇ ਕੋਲ ਟੀ ਵੀ ਹੁੰਦਾ ਸੀ, ਹੁਣ ਤਾਂ ਬੜੇ ਸਾਲ ਟੀ ਵੀ ਹੀ ਕੋਈ ਨਹੀਂ, ਨਿਬੜਿਆ ਕੰਮ। ਸਵੇਰੇ ਸਵੇਰੇ ਮੈਂ ਲਾਇਆ, ਸਵੇਰੇ ਸਵੇਰੇ ਆ ਰਿਹਾ ਉਹਨਾਂ ਦਾ। ਉਹ 'ਚ ਇੱਕ ਸੀ ਬਈ ਗੁਰਬਾਣੀ 'ਚ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਇਹਦੀ ਉਹਨੇ ਵਿਆਖਿਆ ਕੀਤੀ ਸੀ। ਕਹਿੰਦੇ ਭਾਈ ਇਹ ਨਹੀਂ ਕਿ ਆਪਣਾ ਤਨ, ਆਪਣਾ ਧਨ, ਆਪਣਾ ਮਨ ਸਾਰਾ ਗੁਰੂ ਨੂੰ ਦੇ ਦੇਣਾ ਹੈ। ਜੇ ਤੁਸੀਂ ਧਨ ਸਾਰਾ ਗੁਰੂ ਨੂੰ ਦੇਤਾ, ਫਿਰ ਰੋਟੀ ਕਿੱਥੋਂ ਖਾਓਗੇ? ਰੋਟੀ ਕਿੱਥੋਂ ਖਾਓਗੇ? ਇਹਦਾ ਭਾਵ ਇਹ ਨਹੀਂ ਹੁੰਦਾ। ਧਨ ਦੇਣ ਤੋਂ ਭਾਵ ਹੈ ਕਿ ਜੋ ਗੁਰੂ ਮਹਾਰਾਜ ਕਹਿੰਦੇ ਇਸ ਸਰੀਰ ਨਾਲ ਉਹ ਕੰਮ ਕਰਨਾ। ਜਿਹੜਾ ਗੁਰੂ ਮਹਾਰਾਜ ਕਹਿੰਦੇ ਵੀ ਇਹ ਕੰਮ ਨਹੀਂ ਕਰਨਾ, ਇਸ ਸਰੀਰ ਨਾਲ ਨਹੀਂ ਕਰਨਾ। ਬਸ ਗੁਰੂ ਦੇ ਕਹੇ ਅਨੁਸਾਰ ਸਰੀਰ ਨਾਲ ਕੰਮ ਕਰਨਾ, ਇਹ ਹੈ ਤਨ ਦੇਣਾ ਗੁਰੂ ਨੂੰ। ਮਨ ਦੇਣਾ, ਮਨ ਨਾਲ ਵੀ ਉਹੀ ਸੋਚਣਾ ਹੈ ਜੋ ਗੁਰੂ ਮਹਾਰਾਜ ਸੋਚਣ ਨੂੰ ਕਹਿੰਦੇ ਨੇ। ਜੋ ਗੁਰੂ ਮਹਾਰਾਜ ਸੋਚਣ ਨੂੰ ਕਹਿੰਦੇ ਨੇ, ਮਨ ਨਾਲ ਜਦ ਅਸੀਂ ਉਹੀ ਸੋਚਦੇ ਹਾਂ, ਅਸੀਂ ਗੁਰੂ ਨੂੰ ਮਨ ਦੇਤਾ। ਬਾਕੀ ਰਿਹਾ ਤਨ, ਬਾਕੀ ਰਿਹਾ ਧਨ। ਧਨ ਇਹ ਨਹੀਂ ਕਿ ਜਿੰਨੀ ਤੁਹਾਨੂੰ ਤਨਖਾਹ ਮਿਲੀ ਹੈ, ਜਿੰਨੀ ਤੁਹਾਡੀ ਕਮਾਈ ਸਾਰੀ ਗੁਰੂ ਦੇ ਅੱਗੇ ਢੇਰੀ ਕਰ ਦਿਓ, ਫਿਰ ਤੁਸੀਂ ਰੋਟੀ ਕਿੱਥੋਂ ਖਾਓਗੇ? ਇਹ ਨਹੀਂ ਸਮਝ ਲੈਣਾ। ਧਨ ਦਾ ਮਤਲਬ ਧਨ ਉਸ ਤਰ੍ਹਾਂ ਵਰਤਣਾ ਹੈ ਜਿਵੇਂ ਗੁਰੂ ਮਹਾਰਾਜ ਉਸ ਨੂੰ ਵਰਤਣ ਨੂੰ ਕਹਿਣ।
ਜਦ ਤੁਸੀਂ ਧਨ ਮਨ ਧਨ ਗੁਰੂ ਦੇ ਅਨੁਸਾਰ ਵਰਤਣਾ ਸ਼ੁਰੂ ਕਰ ਦੋਗੇ, ਇੱਕ ਦਿਨ ਆਏਗਾ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਅਤੇ ਇੱਥੇ ਆ ਕੇ ਉਹਨਾਂ ਦੀ ਗੱਲ ਮੁੱਕ ਗਈ ਅਤੇ ਮੈਂ ਟੀ ਵੀ ਬੰਦ ਕਰਤਾ। ਮੈਂ ਚਲੋ ਆ ਵਧੀਆ ਗੱਲ ਪੱਲੇ ਪੈ ਗਈ ਹੈ। ਨਹੀਂ ਤਾਂ ਬੰਦਾ ਸੋਚੇ ਤਨ ਮਨ ਧਨ ਸਭ ਸੌਂਪ ਗੁਰੂ ਕੋ, ਜੇ ਸਾਰਾ ਕੁਛ ਉਹਨੂੰ ਹੀ ਦਿੱਤਾ ਫਿਰ ਆਪਣੇ ਕੋਲ ਕੀ ਰਹਿ ਗਿਆ? ਆਪਣੇ ਕੋਲ ਕੀ ਰਹਿ ਗਿਆ? ਫਿਰ ਉਹਨੇ ਸਮਝਾਇਆ, ਪਰ ਪਿਛਲੇ ਜਨਮ ਦਾ ਕੋਈ ਐਸਾ ਕਰਮ ਸੀ ਜਿਹੜਾ ਐਤਕੀ ਭੁਗਤਾਉਣਾ ਸੀ। ਸੋ ਦੂਜਿਆਂ ਨੂੰ ਮੱਤਾਂ ਦੇਣ ਵਾਲਿਆਂ ਕਈ ਵਾਰੀ ਐਸਾ ਕਰਮ ਅੱਗੇ ਮਾੜਾ ਆ ਜਾਂਦਾ ਹੈ ਕਿ ਉਹਦੀ ਮੱਤ ਹੀ ਮਾਰੀ ਜਾਂਦੀ ਹੈ ਅਤੇ ਉਹ ਕੁਝ ਨਾ ਕੁਝ ਫਿਰ ਐਸਾ ਕਰ ਬੈਠਦਾ ਹੈ। ਹਾਂਜੀ, ਇਹ ਬੰਦਾ ਭਾਵੇਂ ਕਿੰਨਾ ਵੀ ਸਿਆਣਾ ਹੋਵੇ ਨਾ, ਇਹ ਕਰਮ ਬੜੇ ਬਲੀ ਹੁੰਦੇ ਨੇ। ਤਾਂ ਇਹ ਕਹਿੰਦੇ ਕਰਮ ਗਤੀ ਬਲਵਾਨ, ਇਹ ਬੜੇ ਬਲਵਾਨ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮ ਭੋਗੇ ਤੋਂ ਬਿਨਾਂ ਖਹਿੜਾ ਨਹੀਂ ਛੱਡਦੇ, ਇਹ ਕਰਮ ਗਤੀ ਬੜੀ ਬਲਵਾਨ ਹੈ। ਹਾਂਜੀ, ਇਹ ਤਾਂ ਬਹੁਤ ਭਜਨ ਬੰਦਗੀ ਕਰੀਏ ਅਤੇ ਅਰਦਾਸਾਂ ਕਰਦੇ ਰਹੇ ਸੱਚੇ ਪਾਤਸ਼ਾਹ। ਹੁਣ ਆਖਰਕਾਰ ਉਹਨਾਂ ਦੇ ਗੁਰੂ ਨੇ ਵੀ ਤਾਂ ਉਹਨਾਂ ਨੂੰ ਮੱਤ ਦਿੱਤੀ ਹੋਣੀ ਹੈ। ਉਹ ਗੁਰੂ ਦੀ ਮੱਤ 'ਤੇ ਨਹੀਂ ਚੱਲੇ ਅਤੇ ਬਸ ਆਹ ਵਕਤ ਖੜ੍ਹਾ ਹੋ ਗਿਆ। ਆਪਾਂ ਵੀ ਗੁਰੂ, ਮੰਨ ਲਓ ਮੈਂ ਗੁਰੂ ਦੀ ਮੱਤ 'ਤੇ ਨਹੀਂ ਚੱਲਦਾ, ਤੁਹਾਨੂੰ ਮੱਤਾਂ ਦੇ ਰਿਹਾ ਗੁਰਬਾਣੀ ਅਨੁਸਾਰ। ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ ਹਾਂ। ਕਦੇ ਕਦੇ ਆਪਣੇ ਕੋਲੋਂ ਮੈਂ ਕੁਝ ਸੁਣਾਉਣਾ ਵਿੱਚ, ਉਂਝ ਮੈਂ ਉਹੀ ਕੁਛ ਕਹਿ ਰਿਹਾ ਜੋ ਬਾਣੀ 'ਚ ਲਿਖਿਆ ਹੋਇਆ ਹੈ। ਪਰ ਜੇ ਕੋਈ ਮਗਰਲਾ ਕਰਮ ਅੱਗੇ ਮਾੜਾ ਆ ਗਿਆ ਨਾ, ਤੇ ਅਗਲਾ ਕਹਿੰਦਾ ਅੱਛਾ ਉਹ ਬਾਬਾ ਜੀ ਤਾਂ ਸਾਨੂੰ ਬੜੀ ਸਿੱਖਿਆ ਦਿੰਦੇ ਸੀ, ਆਹ ਕਰਦੇ ਸੀ, ਉਹ ਕਰਦੇ ਸੀ, ਉਹਨਾਂ ਆਹ ਕੀ ਕੀਤਾ? ਉਹ ਹੋ ਗਿਆ, ਉਦੋਂ ਨਹੀਂ ਮੱਤ ਕੰਮ ਕਰਦੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਦੋਂ ਬੰਦਾ ਅਧੀਨ ਆ ਜਾਂਦਾ ਨਾ, ਉਦੋਂ ਮੱਤ ਮਾਰੀ ਜਾਂਦੀ ਹੈ। ਜਦੋਂ ਬਹੁਤ ਗੁੱਸਾ ਕਿਸੇ ਨੂੰ ਚੜ੍ਹਦਾ ਨਾ, ਮੱਤ ਮਾਰੀ ਜਾਂਦੀ, ਕਤਲ ਕਰ ਬੈਠਦਾ ਗੁੱਸੇ 'ਚ ਆ ਕੇ। ਮਾਰਨਾ ਥੱਪੜ ਸੀ, ਸਿਰਫ ਕਤਲ ਹੀ ਕਰਤਾ। ਅਤੇ ਮਗਰੋਂ ਪਤਾ ਲੱਗਦਾ ਓਹੋ ਇਹ ਤਾਂ ਥੱਪੜ ਨਾਲ ਹੀ ਸਰ ਜਾਣਾ ਸੀ, ਐਵੇਂ ਤਲਵਾਰ ਕੱਢ ਮਾਰੀ ਇਸ ਨੂੰ। ਹਾਂਜੀ, ਉਹ ਫਿਰ ਮਗਰੋਂ ਕੀ ਬਣਦਾ? ਉਹ ਤਾਂ ਹੋ ਗਿਆ। ਇਸ ਤਰ੍ਹਾਂ ਕਰਮ ਨੇ। ਇਹ ਤਾਂ ਬੜੀ ਭਜਨ ਬੰਦਗੀ ਕਰ 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 ਕਰਕੇ ਫਿਰ ਕਿਤੇ ਮਾੜੇ ਕਰਮ ਜਾ ਕੇ ਖਤਮ ਹੁੰਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਹੁਕਮੀ ਸਭੋ ਉਪਜੈ ਹੁਕਮੀ ਕਾਰ ਕਮਾਹੇ। ਹੁਕਮ ਦੇ ਰਾਹੀਂ ਸਾਰੇ ਪੈਦਾ ਹੋਏ ਨੇ, ਉਹਦੇ ਹੁਕਮ ਅਨੁਸਾਰ ਹੀ ਸਾਰੇ ਕਰਮ ਕਰ ਰਹੇ ਹਨ। ਹੁਕਮੀ ਕਾਲਾ ਵਸ ਹੈ, ਹੁਕਮੀ ਸਾਚ ਸਮਾਹੇ। ਉਹਦੇ ਹੁਕਮ ਅਨੁਸਾਰ ਹੀ ਮਨੁੱਖ ਕਾਲ ਦੇ ਵਸ 'ਚ ਅਤੇ ਉਹਦੇ ਹੁਕਮ ਅਨੁਸਾਰ ਹੀ ਮਨੁੱਖ ਸੱਚ ਦੇ ਵਿੱਚ ਸਮਾ ਜਾਂਦਾ, ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਨਾਨਕ ਜੋ ਤਿਸ ਭਾਵੈ ਸੋ ਥੀਐ, ਇਹਨਾਂ ਜਨਤਾਂ ਵਸ ਕਿਛ ਨਾਹੀਂ। ਜੋ ਪਰਮਾਤਮਾ ਨੂੰ ਭਾਉਂਦਾ, ਜੋ ਤਿਸ ਭਾਵੈ, ਜੋ ਉਸ ਨੂੰ ਚੰਗਾ ਲੱਗਦਾ ਹੈ, ਸੋ ਥੀਐ, ਉਹੀ ਹੁੰਦਾ ਹੈ। ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੁੰਦਾ। ਇਹਨਾਂ ਜਨਤਾਂ ਵਸ ਕਿਛ ਨਾਹੀਂ, ਇਹਨਾਂ ਜਨਤਾਂ ਦੇ ਵਸ ਤਾਂ ਵਿਚਾਰੇ ਦੇ ਕੁਝ ਵੀ ਨਹੀਂ ਹੈ। ਇਹ ਤਾਂ ਕੁਝ ਵੀ ਨਹੀਂ। ਅਸੀਂ ਤਾਂ ਉਹੀ ਕੁਛ ਕਰ ਰਹੇ ਹਾਂ ਜੋ ਸਾਡੇ ਤੋਂ ਕਰਾ ਰਿਹਾ ਹੈ। ਲੱਗਦਾ ਆਪਾਂ ਨੂੰ ਐਂ ਆਪਾਂ ਕਰ ਰਹੇ ਹਾਂ, ਆਪਾਂ ਨੂੰ ਲੱਗਦਾ ਹੈ ਵੀ ਆਪਾਂ ਕਰ ਰਹੇ ਹਾਂ, ਕਰਵਾ ਉਹ ਰਿਹਾ ਹੈ। ਤਾਂ ਕਿ ਪ੍ਰਭ ਡੋਰੀ ਹੱਥ ਤੁਮਾਰੇ, ਡੋਰੀ ਉਹਦੇ ਹੱਥ ਹੈ। ਅਤੇ ਪਤੰਗ ਉਹਦਾ ਜੀ ਕਰਦਾ ਗੁੱਡੀ ਅਸਮਾਨ ਨੂੰ ਚੜ੍ਹਾ ਦੇ ਕਿਸੇ ਬੰਦੇ ਦੀ, ਅਤੇ ਜੇ ਜੀ ਕਰਦਾ ਅਸਮਾਨ ਤੋਂ ਥੱਲੇ ਵੀ ਲਾ ਸਕਦਾ। ਹਾਂਜੀ, ਬੜਿਆਂ ਦੀਆਂ ਗੁੱਡੀਆਂ ਚੜ੍ਹੀਆਂ ਅਤੇ ਬੜਿਆਂ ਦੀਆਂ ਲੱਥੀਆਂ। ਹਾਂਜੀ, ਤੁਹਾਡੇ ਸਾਹਮਣੇ ਨੇ। ਫਲਾਣੇ 'ਤੇ ਗੁੱਡੀ ਚੜ੍ਹੀ ਹੈ ਜੀ। ਹਾਂਜੀ, ਗੁੱਡੀ ਪਤੰਗ ਨੂੰ ਵੀ ਕਹਿੰਦੇ ਨੇ। ਪਾ ਇੱਥੇ ਗੁੱਡੀ ਤੋਂ ਪਾ ਬੱਲੇ 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 ਬੜੀ ਬੱਲੇ ਬੱਲੇ ਹੁੰਦੀ। ਅਤੇ ਫਿਰ ਕੋਈ ਸਮਾਂ ਦਾ ਥੱਲੇ 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 ਥੱਲੇ। ਸੋ ਗੁਰਬਾਣੀ ਇਹਨਾਂ ਜਨਤਾਂ ਦੇ ਵੱਸ ਵਿਚਾਰਿਆਂ ਦੇ ਕੁਛ ਨਹੀਂ ਹੈ। ਉਹ ਜੋ ਚਾਹੁੰਦਾ ਉਹੀ ਕਰ ਰਿਹਾ ਹੈ। ਸ਼੍ਰੀ ਰਾਗ ਮਹਿਲਾ ਪਹਿਲਾ। ਮਨ ਝੂਠ ਹੈ ਤਨ ਝੂਠ ਹੈ,
ਜਿਹਵਾ ਝੂਠੀ ਹੋਏ, ਮੁਖ ਝੂਠੈ ਝੂਠ ਬੋਲਣਾ, ਕਿਉਂ ਕਰ ਸੂਚਾ ਹੋਏ। ਬਿਨ ਅਬ ਸ਼ਬਦ ਨਾ ਮਾਂਜੀਐ, ਸਾਚੇ ਤੇ ਸੱਚ ਹੋਏ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮਨ ਝੂਠ ਹੈ ਤਨ ਝੂਠ ਹੈ। ਮਨ ਨਨਸਿਆਰੀ ਮਨ ਵਿੱਚ, ਜੇ ਮਨ ਵਿੱਚ ਝੂਠ ਹੈ ਨਾ, ਫਿਰ ਤਨ 'ਚ ਵੀ ਝੂਠ ਹੈ। ਮਨ ਝੂਠ ਹੈ, ਸਰੀਰ ਵੀ ਝੂਠ ਹੈ। ਮਨ ਸੁੱਚਾ, ਸਾਰਾ ਸਰੀਰ ਸੁੱਚਾ। ਮਨ ਝੂਠਾ, ਸਰੀਰ ਝੂਠਾ ਹੈ। ਜਦੋਂ ਮਨ ਸੁੱਚਾ ਹੋ ਜਾਂਦਾ ਹੈ, ਕਈ ਵਾਰੀ ਤੁਸੀਂ ਦੇਖਿਆ ਹੋਣਾ, ਕੋਈ ਬੰਦਾ ਆਪਣੇ ਕਿਸੇ ਦੋਸਤ ਨੂੰ ਵੀ ਮਿਲਣ ਜਾਂਦਾ ਹੈ, ਪਰ ਉਹਦੀ ਘਰਵਾਲੇ ਨੂੰ ਪਤਾ ਹੈ ਕਿ ਜਿਹੜਾ ਮਿਲਣ ਆਇਆ ਬੰਦਾ ਚੰਗਾ ਨਹੀਂ ਹੈ। ਭਾਵੇਂ ਮੇਰੇ ਘਰ ਵਾਲੇ ਦਾ ਦੋਸਤ, ਪਰ ਬੰਦਾ ਚੰਗਾ ਨਹੀਂ ਹੈ, ਅਤੇ ਘਰ ਵਾਲਾ ਘਰ ਨਹੀਂ ਹੈ। ਉਹ ਗੇਟ 'ਤੇ ਕਹਿ ਦੇਗੀ, ਸਰਦਾਰ ਜੀ ਅਜੇ ਘਰ ਨਹੀਂ ਹੈਗੇ, ਗੇਟ ਨਹੀਂ ਖੋਲ੍ਹੇਗੀ। ਪਰ ਜੇ ਉਹਨੂੰ ਪਤਾ ਹੈ ਮੇਰੇ ਘਰ ਵਾਲੇ ਦਾ ਦੋਸਤ ਹੈ ਅਤੇ ਬੰਦਾ ਚੰਗਾ ਹੈ, ਅਤੇ ਜੇ ਉਹ ਚੱਲਿਆ ਵੀ ਤਾਂ ਕਿ ਵੀਰ ਜੀ ਚਾਹ ਪਾਣੀ ਪੀ ਕੇ ਜਾਇਓ। ਕਿਉਂ? ਜੇ ਮਨ ਸੁੱਚਾ ਹੈ ਤਾਂ ਫਿਰ ਸਭ ਠੀਕ ਹੈ, ਜੇ ਮਨ ਝੂਠਾ ਹੈ ਤਾਂ ਫਿਰ ਕੋਈ ਨਹੀਂ ਜਿਹੜਾ ਚਾਹ ਪਾਣੀ ਪੁੱਛਦਾ। ਹਾਂਜੀ, ਇਸ ਲਈ ਕਹਿੰਦੇ ਮਨ ਝੂਠ ਹੈ ਤਨ ਝੂਠ ਹੈ। ਜੇ ਮਨ ਵਿੱਚ ਝੂਠ ਹੈ ਤਾਂ ਸਮਝੋ ਸਰੀਰ ਦੇ ਵਿੱਚ ਵੀ ਝੂਠ ਹੈ। ਮਨ ਝੂਠਾ ਹੈ, ਇਸ ਲਈ ਜਿਹਵਾ ਝੂਠੀ ਹੋਏ। ਇਹ ਜੀਭ ਵੀ ਝੂਠੀ ਹੈ, ਜੀਭ ਵੀ ਝੂਠੀ, ਕਿਉਂਕਿ ਮਨ ਹੀ ਝੂਠਾ ਹੈ, ਇਸ ਲਈ ਜੀਭ ਵੀ ਝੂਠੀ ਹੈ। ਇਹ ਵੀ ਝੂਠ ਬੋਲਦੀ ਹੈ, ਅਬਾ ਤਬਾ ਬੋਲਦੀ ਹੈ। ਮੁੱਖ ਝੂਠਾ ਹੈ, ਝੂਠ ਬੋਲਣਾ ਕਿਉਂ ਕਰ ਸੂਚਾ ਹੋਏ। ਮੁੱਖ ਨਾਲ ਹੀ ਬੰਦਾ ਝੂਠ ਬੋਲਦਾ ਹੈ। ਮੁੱਖ ਵਿੱਚ ਝੂਠ ਹੈ, ਇਸ ਲਈ ਝੂਠ ਬੋਲਦਾ ਹੈ। ਕਿਉਂ ਕਰ ਸੂਚਾ ਹੋਏ, ਕਿਉਂ ਕਰ ਹੁੰਦਾ ਕਿਸ ਤਰ੍ਹਾਂ, ਕਿਉਂ ਕਰ ਕਿਸ ਤਰ੍ਹਾਂ, ਕਿਸ ਤਰ੍ਹਾਂ ਇਹ ਸੁੱਚਾ ਹੋ ਸਕਦਾ ਹੈ। ਹੁਣ ਪ੍ਰਸ਼ਨ ਹੈ ਵੀ ਕਿ ਸੁੱਚਾ ਕਿਵੇਂ ਹੋਵੇ। ਮਨ ਵੀ ਝੂਠਾ ਹੈ, ਤਨ ਵੀ ਝੂਠਾ ਹੈ, ਜੀਭ ਵੀ ਝੂਠੀ ਹੈ, ਮੂੰਹ ਵੀ ਝੂਠਾ ਹੈ। ਸੁੱਚਾ ਕਿਵੇਂ ਹੋਵੇ। ਬਿਨ ਅਬ ਸ਼ਬਦ ਨਾ ਮਾਂਜੀ ਹੈ, ਸਾਚੇ ਤੇ ਸੱਚ ਹੋਏ। ਅਬ ਜਿਹੜਾ ਹੁੰਦਾ ਹੈ ਹਿਰਦਾ ਹੁੰਦਾ, ਮਨ ਹੁੰਦਾ। ਸ਼ਬਦ ਤੋਂ ਬਿਨਾਂ ਮਨ ਮਾਂਜਿਆ ਨਹੀਂ ਜਾ ਸਕਦਾ। ਮਨ ਨੂੰ ਸਾਫ਼ ਕਰਨਾ, ਇਹ ਨਾਮ ਨਹੀਂ ਕਰਨਾ, ਇਹ ਬਾਣੀ ਨਹੀਂ ਕਰਨਾ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਜਿੰਨਾ ਅੰਦਰ ਕੂੜ ਕਬਾੜ ਹੈ, ਸਾਰਾ ਹੌਲੀ ਹੌਲੀ ਬਾਹਰ ਨਿਕਲ ਜਾਏਗਾ ਅਤੇ ਮਨ ਸਾਫ਼ ਸੁਥਰਾ ਹੋ ਜਾਏਗਾ। ਸੋ ਅਬ ਜਿਹੜਾ ਹੈ, ਮਨ ਜਿਹੜਾ ਹੈ, ਹਿਰਦਾ ਹੈ, ਇਹ ਸ਼ਬਦ ਤੋਂ ਬਿਨਾਂ ਨਹੀਂ ਮਾਂਜਿਆ ਜਾ ਸਕਦਾ। ਸਾਚੇ ਤੇ ਸੱਚ ਹੋਏ, ਪਰਮਾਤਮਾ ਤੋਂ ਹੀ ਸੱਚ ਪ੍ਰਾਪਤ ਹੁੰਦਾ ਹੈ। ਸੱਚਾ ਹੋਵੇਗਾ, ਉਸ ਤੋਂ ਫਿਰ ਸੱਚ ਪ੍ਰਾਪਤ ਹੋਵੇਗਾ ਨਾ। ਮੁੰਦੇ ਭਾਵ ਹੈ ਜੀਵ ਇਸਤਰੀਏ, ਮੁੰਦੇ ਗੁਣਹੀਣੀ ਸੁਖ ਕੇ, ਪਿਰ ਰਲੀਆਂ ਰਸ ਮਾਨਸੀ, ਸਾਚ ਸ਼ਬਦ ਸੁਖ ਨੇ ਰਹਾਉ। ਮੁੰਦੇ ਹੈ ਜੀਵ ਇਸਤਰੀਏ, ਗੁਣਹੀਣੀ ਸੁਖ ਕੇ, ਤੂੰ ਗੁਣਹੀਣੀ ਹੈ, ਤੇਰੇ 'ਚ ਗੁਣ ਹੀ ਕੋਈ ਨਹੀਂ, ਤੂੰ ਸੁਖੀ ਕਿਵੇਂ ਹੋ ਸਕਦੀ ਹੈ। ਔਗਣਿਆਰੀ ਕਿਵੇਂ ਸੁਖੀ ਹੋ ਸਕਦੀ ਹੈ। ਸੁਖੀ ਹੋਣ ਲਈ ਤੇ ਗੁਣ ਚਾਹੀਦੇ ਨੇ, ਅਤੇ ਤੂੰ ਕਦੇ ਗੁਣਹੀਣੀ ਹੈ, ਤੈਨੂੰ ਕਿੱਥੋਂ ਸੁੱਖ ਮਿਲਣਾ। ਗੁਣਹੀਣੀ ਸੁਖ ਕੇ, ਗੁਣਹੀਣੀ ਨੂੰ ਸੁਖ ਕਿਵੇਂ ਮਿਲ ਸਕਦਾ ਹੈ। ਪਿਰ ਰਲੀਆਂ ਰਸ ਮਾਨਸੀ, ਸਾਚ ਸ਼ਬਦ ਸੁਖ ਨੇ। ਜੇ ਇਹ ਜੀਵ ਇਸਤਰੀ ਸੱਚੇ ਸ਼ਬਦ ਨਾਲ ਜੁੜ ਜਾਵੇ, ਸਾਚ ਸ਼ਬਦ ਪਰਮਾਤਮਾ ਦੇ ਸ਼ਬਦ ਨਾਲ, ਜੇ ਪਰਮਾਤਮਾ ਦੇ ਸ਼ਬਦ ਨਾਲ ਜੁੜ ਜਾਏ ਨਾ, ਫਿਰ ਪਰਮਾਤਮਾ ਦੇ ਨਾਲ ਇਹ ਰੰਗ ਰਲੀਆਂ ਮਾਣੇਗੀ, ਇਹ ਮੌਜਾਂ ਕਰੇਗੀ। ਹਾਂਜੀ, ਪਿਆਰ ਦਾ ਰਸ ਆਨੰਦ ਮਾਣੇਗੀ ਹੈ, ਅਤੇ ਸੁੱਖ ਨੇ, ਪਿਆਰ ਦੇ ਵਿੱਚ ਉਸ ਨੂੰ ਸੁੱਖ ਮਿਲੇਗਾ। ਨੇਹ ਮੈਨੇ ਪਿਆਰ, ਰੱਬ ਨੂੰ ਪਿਆਰ ਕਰਨ ਨਾਲ, ਰੱਬ ਦਾ ਨਾਮ ਜਪਣ ਨਾਲ, ਕਹਿੰਦੇ ਇਹਨੂੰ ਫਿਰ ਸੁੱਖ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਪਰਮਾਤਮਾ ਇਸ ਨੂੰ ਪਿਆਰ ਕਰੇਗਾ। ਰਹਾਉ ਪਿਰ ਪਰਦੇਸੀ ਜੇ ਥੀਏ, ਧਨ ਵਾਂਢੀ ਚੂਰੇ,
ਜਿਉਂ ਜਲ ਥੋੜੈ ਮਛਲੀ ਕਰਨ ਪਲਾਵ ਕਰੇ, ਪਿਰ ਭਾਵੈ ਸੁਖ ਪਾਈਏ ਜਾਂ ਆਪੇ ਨਜ਼ਰ ਕਰੇ। ਕਹਿੰਦੇ ਪਿਰ ਪਰਦੇਸੀ ਜੇ ਥੀਏ, ਜੇ ਪਤੀ ਪਰਦੇਸ ਵਿੱਚ ਚਲਿਆ ਜਾਵੇ ਫਿਰ ਕੀ ਹੁੰਦਾ? ਧਨ ਵਾਂਢੀ ਚੂਰੇ, ਧਨ ਭਾਵ ਔਰਤ ਇਸਤਰੀ, ਵਾਂਢੀ ਹੁੰਦਾ ਵਿਛੜੀ ਹੋਈ, ਫਿਰ ਝੂਰਦੀ ਹੈ। ਔਰਤ ਫਿਰ ਪਤੀ ਤੋਂ ਵਿਛੜ ਕੇ ਝੂਰਦੀ ਹੈ। ਜੇ ਆਪਾਂ ਨੂੰ ਪਰਮਾਤਮਾ ਨਾ ਮਿਲੇ ਤਾਂ ਫਿਰ ਆਪਾਂ ਜਿਹੜਾ ਸੁਖੀ ਨਹੀਂ ਹੋ ਸਕਦੇ। ਜਿਉਂ ਜਲ ਥੋੜੈ ਮਛਲੀ ਕਰਨ ਪਲਾਵ ਕਰੇ, ਕਰਨ ਪਲਾਵ ਦਾ ਰੋਣਾ ਪਿੱਟਣਾ ਤਰਲੇ ਕੱਢਣਾ। ਜਿਵੇਂ ਥੋੜ੍ਹੇ ਪਾਣੀ ਦੇ ਮੱਛੀ ਤੜਫਦੀ ਹੈ, ਖੂਬ ਪਾਣੀ ਹੋਵੇ ਨੱਚਦੀ ਹੈ ਟੱਪਦੀ ਹੈ। ਆਹ ਸਮੁੰਦਰਾਂ ਦੇ ਵਿੱਚ ਤੁਸੀਂ ਦੇਖਿਆ ਨੇ ਮੱਛੀਆਂ ਜਿਹੜੀਆਂ ਨੇ, ਖਾਸ ਕਰਕੇ ਡੋਲਫਿਨ ਜਿਹੜੀਆਂ ਮੱਛੀਆਂ ਨੇ, ਐਂ ਕਿੰਨਾ ਉੱਚਾ ਜਾ ਕੇ ਛਾਲਾਂ ਮਾਰਦੀਆਂ ਪਾਣੀ 'ਚ ਆਨੰਦ ਮਾਣਦੀਆਂ ਨੇ। ਪਾਣੀ 'ਚ ਹੀ ਪੈਦਾ ਹੋਈਆਂ, ਪਾਣੀ 'ਚ ਹੀ ਰਹੀਆਂ, ਪਾਣੀ 'ਚ ਹੀ ਮਰ ਜਾਣੀਆਂ ਹਨ। ਹੁਣ ਸਭ ਕੁਛ ਉਹੀ ਹੈ, ਸਮੁੰਦਰ ਹੀ ਉਹਨਾਂ ਲਈ ਸਭ ਕੁਛ ਹੈ। ਇਸ ਤਰ੍ਹਾਂ ਇੱਕ ਸਮਾਂ ਆਉਂਦਾ ਜਦੋਂ ਮਨੁੱਖ ਰੱਬ ਤੋਂ ਹੀ ਪੈਦਾ ਹੋਇਆ ਹੈ, ਰੱਬ ਦੇ ਨਾਲ ਹੀ ਸਾਰੀ ਉਮਰ ਬਤੀਤ ਕਰਦਾ ਅਤੇ ਅਖੀਰ ਦੇ ਰੱਬ ਦੇ ਵਿੱਚ ਹੀ ਮਿਲ ਜਾਂਦਾ ਹੈ। ਪੈਦਾ ਆਪਾਂ ਸਾਰੇ ਰੱਬ ਤੋਂ ਹੀ ਹੋਏ ਹਾਂ, ਪਰ ਉਹਦੇ ਨਾਲ ਨਹੀਂ ਅਸੀਂ ਰਹਿੰਦੇ। ਮੱਛੀ ਪਾਣੀ 'ਚ ਪੈਦਾ ਹੋਈ ਹੈ ਕਿ ਨਹੀਂ? ਲੈ ਪਾਣੀ ਤੋਂ ਬਾਹਰ ਕੱਢ ਕੇ ਦੇਖੋ ਜੀ, ਨਾ ਤੜਫ ਤੜਫ ਕੇ 2 ਮਿੰਟਾਂ 'ਚ ਮਰ ਜੇ। ਅਸੀਂ ਵੀ ਰੱਬ ਤੋਂ ਹੀ ਪੈਦਾ ਹੋਏ ਹਾਂ, ਪਰ ਅਸੀਂ ਕੋਈ ਨਹੀਂ ਤੜਫ ਤੜਫ ਕੇ ਮਰਦੇ। ਅਸੀਂ ਦੁਖੀ ਭਾਵੇਂ ਹੋਈ ਜਾਈਏ, ਪਰ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਦੁਖੀ ਕਿਉਂ ਹਾਂ। ਮੱਛੀ ਨੂੰ ਤਾਂ ਉਸ ਦਾ ਬਾਹਰ ਕੱਢ ਦਿਓ ਪਾਣੀ 'ਚ, ਉਹਨੂੰ ਸਮਝ ਆ ਜਾਵੇ ਉਹ ਪਾਣੀ ਤਾਂ ਮੇਰਾ ਜੀਵਨ ਸੀ, ਮੈਨੂੰ ਪਾਣੀ ਤੋਂ ਬਾਹਰ ਕੱਢਤਾ, ਮੈਂ ਤਾਂ ਤੜਫ ਤੜਫ ਕੇ ਮਰ ਰਹੀ ਹਾਂ। ਸਾਨੂੰ ਗਿਆਨ ਹੀ ਨਹੀਂ ਹੈਗਾ ਕਿ ਅਸੀਂ ਕਿਉਂ ਦੁਖੀ ਹਾਂ। ਜੇ ਗੁਰੂ ਮਹਾਰਾਜ ਦੱਸਦੇ ਨੇ ਤੂੰ ਨਾਮ ਨਹੀਂ ਜਪਦਾ, ਤੂੰ ਇਸ ਲਈ ਦੁਖੀ ਹੈ, ਅਸੀਂ ਉਹਦੇ ਮੰਨਦੇ ਕੋਈ ਨਹੀਂ। ਉਹ ਕਹਿੰਦੇ ਫਿਰ ਉਹ ਦੁਖੀ, ਫਿਰ ਉਹ ਦੁਖੀ। ਹੁਣ ਗੁਰੂ ਕੀ ਕਰੇ? ਮੈਂ ਡਾਕਟਰ ਕੋਲ ਗਿਆ, ਉਹਨੇ ਮੈਨੂੰ ਦਵਾਈ ਲਿਖ ਕੇ ਦਿੱਤੀ ਹੈ ਵੀ ਲਓ ਜੀ ਆਹ ਦਵਾਈ ਖਾਓ ਜੀ, ਮੈਂ ਖਾਂਦਾ ਹੀ ਨਹੀਂ। ਫਿਰ ਡਾਕਟਰ ਦਾ ਕੀ ਕਸੂਰ ਹੈ? ਬਿਮਾਰੀ ਮੇਰੀ ਖੜੀ ਹੈ, ਹਾਏ ਕਰੀ ਜਾ। ਫਿਰ ਢਿੱਡ ਪੀੜ ਹੋ ਰਿਹਾ ਹੈ, ਡਾਕਟਰ ਕੋਲ ਮੈਨੂੰ ਕੋਈ ਦਵਾਈ ਲਿਆ, ਮੈਂ ਦਵਾਈ ਖਾਧੀ ਨਹੀਂ, ਫਿਰ ਹਾਏ ਕਰੀ ਜਾ। ਉਹ 'ਚ ਡਾਕਟਰ ਦਾ ਕੀ ਕਸੂਰ ਹੈ? ਰੱਬ ਤੋਂ ਹੀ ਅਸੀਂ ਪੈਦਾ ਹੋਏ ਸੀ, ਰੱਬ ਨੂੰ ਅਸੀਂ ਛੱਡ ਦਿੱਤਾ ਹੈ, ਇਸ ਲਈ ਦੁੱਖ ਹੀ ਦੁੱਖ ਹੈ। ਜਿਉਂ ਜਿਉਂ ਮਨੁੱਖ ਪਰਮਾਤਮਾ ਤੋਂ ਦੂਰ ਹੋ ਜਾਏਗਾ, ਤਿਉਂ ਤੋਂ ਦੁਖੀ ਹੁੰਦਾ ਜਾਏਗਾ। ਅੱਜ ਜਿਨ੍ਹਾਂ ਦੇਸ਼ਾਂ ਤੁਸੀਂ ਭੱਜੇ ਜੇ ਨਾ, ਉਹ ਤਾਂ ਇੰਨੇ ਦੁਖੀ ਨੇ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਹਾਂ ਵੀ ਇੰਨੇ ਦੁਖੀ ਨੇ, ਅਜੇ ਤਾਂ ਉਹਦੇ ਮੁਕਾਬਲੇ ਕੁਛ ਵੀ ਦੁਖੀ ਨਹੀਂ, ਇਹਦੇ ਕੁਛ ਵੀ ਦੁਖੀ ਨਹੀਂ। ਜਦ ਤੁਸੀਂ ਫੌਰਨ ਚਲੇ ਗਏ, 4 ਜੀਓ ਨਾ, ਜਦੋਂ ਚਾਰਾਂ ਦੇ ਚਾਰਾਂ ਨੂੰ 12-12 14-14 ਘੰਟੇ ਕੰਮ ਕਰਨਾ ਪਿਆ, ਫਿਰ ਨਾਨੀ ਯਾਦ ਹੈਗੀ। ਯਾਰ ਇੰਡੀਆ 'ਚ ਤਾਂ ਮੌਜ ਸੀ, ਇਕੱਲਾ ਬਾਪੂ ਕਮਾਉਂਦਾ ਸੀ, ਆਪਾਂ ਖਾਂਦੇ ਸੀ, ਮੌਜ ਕਰਦੇ ਸੀ। ਉੱਥੇ ਗੱਲ ਹੀ ਨਹੀਂ ਹੈਗੀ, ਸਾਰੇ ਆ ਜਾਓ। ਫਿਰ ਕਿਸੇ ਕੋਲ ਗੱਲ ਕਰਨ ਨੂੰ ਟਾਈਮ ਹੀ ਨਹੀਂ। ਜੋ ਸਾਰੇ 12-12 ਘੰਟੇ ਥੱਕੇ ਟੁੱਟੇ ਆਉਣੇ, ਪੱਕੀਆਂ ਪਕਾਈਆਂ ਲੈ ਆਉਣੀਆਂ, ਜਾਂ ਰਾਜ ਖਾ ਨਹੀਂ। ਕੌਣ ਕਿਹੜਾ ਪਕਾਏ ਜੀ? ਤੂੰ ਵੀ ਰਾਣੀ, ਮੈਂ ਵੀ ਰਾਣੀ, ਕੌਣ ਭਰੇਗਾ ਪਾਣੀ, ਕੌਣ ਪਕਾਏ? ਉਹ ਕੋਈ ਅੱਗੋਂ ਫਿਰ ਉਹ ਕਹਿੰਦੇ ਮੈਂ ਕੋਈ ਲੋਹੇ ਦੀ ਬਣੀ ਹੋਈ ਹਾਂ। ਮੈਂ ਗੱਲ ਤਾਂ ਠੀਕ ਹੈ, ਗੱਲ ਤਾਂ ਠੀਕ ਹੈ, ਤੁਸੀਂ ਲੋਹੇ ਦੇ ਨਹੀਂ ਬਣੇ ਹੋਏ। ਫਿਰ ਨਾਲ ਲੱਗਣਾ ਪੈਂਦਾ ਨਾ ਸਾਰਿਆਂ ਨੂੰ। ਜਦੋਂ ਮੀਆਂ ਬੀਬੀ ਦੋਨੋਂ ਸਰਵਿਸ ਕਰਦੇ ਤੁਹਾਡੇ 'ਚ ਬੈਠੇ ਹੋਣਗੇ, ਫਿਰ ਨਾਲ ਕੰਮ ਕਰਾਉਂਦੇ ਨਾ ਬੰਦੇ, ਕਿਉਂ ਨਹੀਂ? ਤਾਂ ਕਹੇ ਕਿਉਂ ਮੈਂ ਕੋਈ ਲੋਹੇ ਦੀ ਬਣੀ ਹੋਈ ਹਾਂ, ਨਾਲੇ ਮੈਂ ਨੌਕਰੀ ਵੀ ਕਰਾਂ ਅਤੇ ਨਾਲੇ ਸਾਰਾ ਘਰ ਦਾ ਕੰਮ ਵੀ ਕਰਾਂ, ਅਤੇ ਤੂੰ ਇੱਥੇ ਲੱਤਾਂ ਪਸਾਰ ਕੇ ਬੈਠਾ ਅਖਬਾਰ ਪੜ੍ਹ ਰਿਹਾ। ਆਹ ਨਾਲ ਮੈਂ ਕੱਪੜੇ ਪਾਏ ਨੇ ਮਸ਼ੀਨ 'ਚ, ਬਾਹਰ ਕੱਢ ਕੇ ਧੋ ਨਿਚੋੜ ਕੇ ਨਾ ਤਾਰ 'ਤੇ ਪਾਈ ਜਾ। ਫਿਰ ਪਤਾ ਲੱਗਦਾ ਵੀ ਹੈ ਕਿੱਥੇ ਆ ਗਏ ਬਾਹਰ, ਫਿਰ ਪਤਾ ਲੱਗੂ। ਹਾਂਜੀ ਅਜੇ ਤਾਂ ਚਲੇ ਜਾ ਬਾਹਰ। ਹਾਂਜੀ ਉਹ ਤਾਂ ਕੋਈ ਕਿਸੇ ਨੇ, ਮੇਰੇ 2 ਭਤੀਜੇ 1 ਭਤੀਜੀ ਮਿਸਿਸ ਦੇ, ਨਿਊਯਾਰਕ 'ਚ ਰਹਿੰਦੇ ਨੇ, ਇੱਕੋ ਕਮਰੇ 'ਚ ਘਰ 'ਚ ਰਹਿੰਦੇ ਨੇ। ਹਾਂਜੀ
ਇੱਕ ਸ਼ੁੱਕਰਵਾਰ ਨੂੰ ਉਹਨਾਂ 'ਚ ਬਿਮਾਰ ਹੋ ਗਿਆ, ਬਾਕੀ ਦੋਨਾਂ ਨੂੰ ਕੋਈ ਪਤਾ ਨਹੀਂ। ਸ਼ਨੀਚਰਵਾਰੀ ਹਸਪਤਾਲ 'ਚ ਲੰਘ ਗਿਆ। ਐਤਵਾਰ ਮੋਬਾਈਲ ਉਦੋਂ ਹੁੰਦੇ ਨਹੀਂ ਸੀ, ਘਰ ਦੇ ਟੈਲੀਫੋਨ ਹੁੰਦੇ ਸਨ। ਇਹ ਐਤਵਾਰ ਨੂੰ ਛੁੱਟੀ ਹੁੰਦੀ ਸੀ ਉੱਥੇ। ਉਹਨੇ ਕਿ ਡਾਕਟਰਾਂ ਨੂੰ ਕਿਹਾ ਵੀ ਅੱਜ ਮੇਰੇ ਭੈਣ ਭਰਾ ਘਰ ਹੋਣਗੇ, ਉਹਨੂੰ ਟੈਲੀਫੋਨ ਕਰੋ ਵੀ ਤੁਹਾਡਾ ਭਰਾ 3 ਦਿਨਾਂ ਦਾ ਹਸਪਤਾਲ ਦਾਖਲ ਆ ਜਾਓ। 3 ਦਿਨਾਂ ਬਾਅਦ ਇੱਕੋ ਘਰ 'ਚ ਰਹਿ ਰਹੇ ਸਕੇ ਭੈਣ ਭਰਾ, 3 ਦਿਨਾਂ ਬਾਅਦ ਪਤਾ ਲੱਗਿਆ ਵੀ ਸਾਡਾ ਇੱਕ ਬੰਦਾ ਹਸਪਤਾਲ ਦਾਖਲ ਹੈ। ਭੱਜੇ ਜਾਂਦੇ ਨੇ ਬਾਹਰ ਨੂੰ। ਇਹ ਤਾਂ ਜੇ ਅੱਜ ਤੋਂ 35 ਸਾਲ ਪਹਿਲਾਂ ਦੀ ਗੱਲ ਹੈ। ਹੁਣ ਤਾਂ ਉਦੋਂ ਵੀ ਬੁਰਾ ਤੁਹਾਡਾ ਹਾਲ ਹੋ ਜਾਣਾ। ਜਾਓ ਤਾਂ ਸਹੀ, ਤੁਸੀਂ ਜਾਓ, ਬੜੀ ਖੁਸ਼ੀ ਨਾਲ ਜਾਵਾਂ, ਕਿਸੇ ਰੋਕਦਾ ਨਹੀਂ, ਲੈ ਲਓ ਜਰਾ ਨਜ਼ਾਰੇ। ਫਿਰ ਤੁਸੀਂ ਮੈਨੂੰ ਯਾਦ ਕਰਿਆ ਕਰੋ। ਕਹਿੰਦੇ ਤਾਂ ਬਾਬਾ ਠੀਕ ਸੀ, ਪਰ ਹੁਣ ਕੀ ਬਣਦਾ? ਅਬ ਕਿਆ ਬਣਦਾ? ਅਬ ਕੁਛ ਨਹੀਂ ਬਣਦਾ। ਹੁਣ ਸੌਵੇ ਜੀਆ ਆਪਣਾ ਕੀ ਆ। ਪਛਤਾਉਣ ਦੀ ਲੋੜ ਨਹੀਂ ਹੈ, ਸਹੀ ਜਾਇਓ ਬਸ। ਪਛਤਾਓਗੇ ਤਾਂ ਫਿਰ ਦੁਖੀ ਹੋਵੋਗੇ। ਹਾਂਜੀ, ਆ ਤਾਂ ਸਕਣਾ ਨਹੀਂ ਤੁਸੀਂ ਗਏ, ਕਿਉਂ ਆ ਆਉਣਾ ਤੁਸੀਂ ਕੋਈ ਨਹੀਂ। ਉਹ ਤਾਂ ਭਾਵੇਂ ਮੰਗ ਕੇ ਖਾਓ, ਜਿਵੇਂ ਮਰਜ਼ੀ ਖਾਓ। ਇੱਕ ਬੀਬੀ ਨੇ ਵਿਚਾਰੀ ਨੇ ਦੁਖੀ ਹੋ ਕੇ ਭੇਜਣਾ ਨਹੀਂ ਸੀ ਚਾਹੁੰਦੀ, ਆਪਣੇ ਮੁੰਡੇ ਨੂੰ ਭੇਜਤਾ। 1 ਕਿੱਲਾ ਜ਼ਮੀਨ ਉਹਨੇ ਗਹਿਣੇ ਪਾਤੀ, 11 ਲੱਖ ਦੀ ਉਸ ਜ਼ਮਾਨੇ 'ਚ। ਮੁੰਡਾ ਚਲੇ ਗਿਆ। 2 ਮਹੀਨੇ ਕਹਿੰਦਾ ਬੇਬੇ ਮਾਂ ਜੋ ਵੀ ਕਹਿੰਦਾ ਸੀ, ਮੇਰਾ ਇੱਥੇ ਜੀਅ ਨਹੀਂ ਲੱਗਦਾ, ਮੈਂ ਵਾਪਸ ਆਉਣਾ। ਕੁਦਰਤੀ ਮੈਂ ਉੱਥੇ ਬੈਠਾ। ਉਹ ਕਹਿੰਦੇ ਸੁਣ ਮੇਰੀ ਗੱਲ, ਤੂੰ ਮੇਰੇ ਗਲੇ 'ਚ ਅੰਗੂਠਾ ਦਿੱਤਾ, ਮੈਂ 1 ਕਿੱਲਾ ਜ਼ਮੀਨ ਜਿਹੜੀ ਗਹਿਣੇ ਪਈ 11 ਲੱਖ ਦੀ, ਮੈਨੂੰ ਨਹੀਂ ਪਤਾ, ਚਾਹੇ ਮੰਗ ਕੇ ਖਾ, ਜੋ ਮਰਜ਼ੀ ਕਰ, ਮੈਨੂੰ ਮਿਲਣ ਤਾਂ ਹੀ ਪਹਿਲਾਂ 11 ਲੱਖ ਰੁਪਈਆ ਭੇਜ। ਜਦੋਂ ਭੇਜ ਦੇਗਾ ਮੇਰੇ ਲਈ ਭਾਵੇਂ ਦੂਜੇ ਦਿਨ ਆ ਜੀ। ਉਹ ਕਿਵੇਂ ਕਰਜ਼ਾ ਲਏਗਾ? ਮੈਂ ਕਿਵੇਂ ਜ਼ਮੀਨ ਛਡਾਵਾਂ ਜੇ ਤੂੰ ਭੇਜੇਗਾ ਨਹੀਂ? ਉੱਥੇ ਹੀ ਰਹਿ, ਆਉਣ ਨਹੀਂ ਦਿੱਤਾ। ਬਸ ਤੁਸੀਂ ਪੁੱਛ ਕਰਨਾ ਸੀ। ਹਾਂਜੀ, ਉਹ ਵੀ ਤਗੜੀ ਨਿਕਲੀ। ਹਾਂ, ਕਦੇ ਆਉਣਾ ਨਹੀਂ ਹੈ, ਮੇਰੇ ਨਾਲ ਮੰਗ ਕੇ ਖਾ, ਜੋ ਮਰਜ਼ੀ ਖਾ। ਮੈਂ 11 ਲੱਖ ਕਿੱਥੋਂ ਲਿਆਵਾਂਗੀ? ਹਾਂ, ਕਿੱਥੋਂ ਜ਼ਮੀਨ ਛਡਾਵਾਂਗੇ, ਕਿੱਥੋਂ ਰੋਟੀ ਖਾਵਾਂਗੇ? ਆਪਣਾ ਉੱਥੇ ਹੀ ਰਹਿ। ਹਾਂਜੀ, ਪਰ ਬਹੁਤਾ ਵੀ ਨਾ ਡਰ ਜਿਓ ਵੀ ਹਾਏ ਹੈ ਪਰ ਕੀ ਹੋ ਗਿਆ। ਹਾਂਜੀ, ਕਿਤੇ ਹੌਸਲੇ ਛੱਡ ਬੈਠੋ ਸਾਰੇ, ਬੜੀ ਖੁਸ਼ੀ ਨਾਲ ਜਾਓ ਬਾਹਰ। ਦਾਣਾ ਪਾਣੀ ਤੁਹਾਡਾ ਲਿਖਿਆ, ਜਿੱਦਾਂ ਦਾਣਾ ਪਾਣੀ ਹੈ ਉਹਨਾਂ ਜਾਣਾ ਹੀ ਜਾਣਾ ਹੈਗਾ। ਸੋ ਗੁਰੂ ਮਹਾਰਾਜ ਕਹਿੰਦੇ ਫਿਰ ਸਲਾਹੀ ਪਿਰ ਭਾਵੈ ਸੁਖ ਪਾਈਏ, ਜਾਂ ਆਪੇ ਨਦਰ ਕਰੇ। ਜਿਵੇਂ ਮਛਲੀ ਜਿਹੜੀ ਹੈ ਪਾਣੀ ਤੋਂ ਬਿਨਾਂ ਨਾ ਤੜਫਦੀ ਰਹਿੰਦੀ ਹੈ, ਪਿਰ ਭਾਵੈ, ਪਰ ਜੇ ਪਤੀ ਨੂੰ ਚੰਗਾ ਲੱਗੇ ਸੁਖ ਪਾਈਏ, ਫਿਰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਾਂ ਆਪੇ ਨਦਰ ਕਰੇ, ਜਦੋਂ ਪਰਮਾਤਮਾ ਆਪੇ ਕਿਰਪਾ ਦ੍ਰਿਸ਼ਟੀ ਕਰਦਾ ਹੈ, ਫਿਰ ਇਸ ਮਨੁੱਖ ਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਖਿਆਲ ਰੱਖਣਾ, ਇੱਕ ਸਖੀ ਸਹੇਲੀ ਨਹੀਂ, ਸਖੀ ਖੱਕਰ ਵੈਰੀ ਬਿੰਦੀ ਸਖੀਆਂ ਬਣ ਗਿਆ, ਸਹੇਲੀਆਂ ਬਣ ਗਿਆ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਤਾਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ। ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ। ਕਹਿੰਦੇ ਆਪਣੀਆਂ ਸਖੀਆਂ ਸਹੇਲੀਆਂ ਨਾਲ ਰਲ ਕੇ ਨਾ ਪਰਮਾਤਮਾ ਸਿਫਤ ਸਲਾਹ ਕਰ। ਇੱਥੇ ਸਖੀਆਂ ਸਹੇਲੀਆਂ ਦਾ ਭਾਵ ਸਤਸੰਗੀ, ਸਤਸੰਗੀਆਂ ਦੇ ਨਾਲ ਰਲ ਕੇ ਪਰਮਾਤਮਾ ਪ੍ਰਭੂ ਪਤੀ ਦੀ ਸਿਫਤ ਸਲਾਹ ਕਰ। ਫਿਰ ਕੀ ਹੋਏਗਾ? ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ। ਫਿਰ ਪਿਆਰ ਦੇ ਰੰਗ 'ਚ ਰੰਗੀ ਜਾਏਗੀ। ਫਿਰ ਉਹਦਾ ਤਨ ਵੀ ਸੋਹਣਾ ਅਤੇ ਮਨ ਪਰਮਾਤਮਾ ਦੇ ਨਾਮ ਨਾਲ ਮੋਹਿਆ ਜਾਵੇਗਾ, ਅਤੇ ਫਿਰ ਉਹ ਨਿਹਾਲ ਹੋ ਜਾਵੇਗੀ। ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ। ਸ਼ਬਦ ਦੇ ਨਾਲ, ਇਹ ਗੁਰਬਾਣੀ ਦੇ ਰਾਹੀਂ ਨਾਮ ਜਪ ਕੇ ਜੀਵਨ ਸੋਹਣਾ ਹੋ ਜਾਂਦਾ ਹੈ। ਜਦੋਂ ਜੀਵਨ ਸੋਹਣਾ ਹੁੰਦਾ ਇਹਦੇ ਕੋਲ ਗੁਣ ਹੋਣਗੇ। ਜਦੋਂ ਕੋਲ ਗੁਣ ਹੋਣਗੇ ਪਿਰ ਰਾਵੇ, ਫਿਰ ਪ੍ਰਭੂ ਪਤੀ ਪਿਆਰ ਕਰੇਗਾ। ਪ੍ਰਭੂ ਪਤੀ ਨੇ ਤਾਂ ਪਿਆਰ ਗੁਣਵਾਨ ਨੂੰ ਕਰਨਾ ਹੈ, ਗੁਣਹੀਣੀ ਨੂੰ ਨਹੀਂ ਕਰਨਾ। ਇਸ ਲਈ ਜਿਹੜਾ ਸ਼ਬਦ ਹੈ, ਗੁਰੂ ਦੀ ਬਾਣੀ ਜਿਹੜੀ ਹੈ, ਗੁਰੂ ਦੇ ਤਾਂ ਨਾਮ ਜਿਹੜਾ ਇਹ ਜੀਵਨ ਨੂੰ ਸਵਾਰਦਾ ਹੈ। ਸੰਵਰਿਆ ਹੋਇਆ ਜੀਵਨ ਸੋਹਣਾ ਹੁੰਦਾ,
ਸਮਰਿਆ ਹੋਇਆ ਜੀਵਨ ਗੁਣਵਾਨ ਹੁੰਦਾ ਹੈ ਅਤੇ ਫਿਰ ਪ੍ਰਭੂ ਪਤੀ ਉਸ ਨੂੰ ਪਿਆਰ ਕਰਦਾ, ਰਾਵੇ ਪਿਆਰ ਕਰਦਾ ਹੈ। ਕਾਮਣ ਕਾਮ ਨ ਆਵੇ, ਖੋਟੀ ਅਵਗਣਿਆਰ, ਨਾ ਸੁਖ ਪਈਐ ਸਹੁਰੈ, ਝੂਠ ਜਲੀ ਬੇਕਾਰ, ਆਵਣ ਵੰਜਨ ਡਾਖੜੋ, ਛੋਡੀ ਕੰਤ ਵਿਸਾਰ। ਕਾਮਣ ਜੀਵ ਇਸਤਰੀ, ਕਾਮਣ ਕਾਮ ਨਾ ਆਵੇ, ਖੋਟੀ ਅਵਗਣਿਆਰ। ਜਿਹੜੀ ਜੀਵ ਇਸਤਰੀ ਖੋਟੀ ਹੈ, ਜਿਹੜੀ ਜੀਵ ਇਸਤਰੀ ਔਗਣਿਆਰੀ ਹੈ, ਉਹ ਪਰਮਾਤਮਾ ਦੇ ਕਿਸੇ ਕੰਮ ਨਹੀਂ ਆਉਂਦੀ। ਹੁਣ ਤਾਂ ਗੁਣ ਬਣ ਚਾਹੀਦਾ, ਆ ਕੇ ਮੈਂ ਤੈਨੂੰ ਸਿਰ 'ਚ ਮਾਰਨਾ। ਠੀਕ ਹੈ, ਮੰਨ ਲਓ ਜਨਾਨੀ ਬੰਦੇ ਦੀ ਅੱਖ ਹੀ ਨਹੀਂ ਲੱਗਦੀ, ਤੇ ਆ ਕੇ ਮੈਂ ਤੈਨੂੰ ਕੀ ਕਰਨਾ, ਮੈਂ ਤੈਨੂੰ ਕੀ ਕਰਨਾ। ਕਈ ਵਾਰੀ ਘਰੋਂ ਤਾਂ ਨਹੀਂ ਕੱਢਦਾ, ਉਹਨੂੰ ਪੇਕੇ ਛੱਡ ਆਉਂਦਾ, ਮੁੜ ਕੇ ਲੈਣ ਹੀ ਨਹੀਂ ਜਾਂਦਾ। ਅਤੇ ਕਈ ਆਪ ਚਲੀਆਂ ਜਾਂਦੀਆਂ ਅਤੇ ਮੁੜ ਕੇ ਆਉਂਦੀਆਂ ਕੋਈ ਨਹੀਂ। ਦੋਨੋਂ ਤਰ੍ਹਾਂ ਦਾ ਸੰਸਾਰ ਹੈ, ਬਿਲਕੁਲ ਆਉਂਦੇ ਰਹਿੰਦੇ ਨੇ ਵਿਚਾਰੇ। ਉਹ ਸਾਡੀ ਨੂੰਹ ਚਲੀ ਗਈ ਜੀ, ਮੈਂ ਚਲੀ ਜਾਣ ਦਿਓ ਜੀ, ਆਪੇ ਗਈ ਹੈ ਕਿ ਹਾਂ ਜੀ, ਮੈਂ ਫਿਰ ਕੋਈ ਨਹੀਂ। ਤੁਸੀਂ ਟੈਲੀਫੋਨ ਹੀ ਮਾਰੋ ਕਰਨਾ ਉਹਨੂੰ, ਟੈਲੀਫੋਨ ਕਰੋਗੇ ਫਿਰ ਜਿਹੜਾ ਉਹ ਕਹੂਗਾ ਪਤਾ ਨਹੀਂ ਮੇਰੀ ਕਿੰਨੀ ਕੁ ਲੋੜ ਹੈ। ਟੈਲੀਫੋਨ ਨਹੀਂ ਕਰਨਾ ਉਹਨੂੰ, ਜਿੱਦਾਂ ਮੈਂ ਨਾਲਾ ਪਾਠ ਕਰੋ, ਆ ਜਾਏਗੀ 15-16 ਦਿਨਾਂ ਨੂੰ ਆ ਜਾਏਗੀ। ਤੁਸੀਂ ਟੈਲੀਫੋਨ ਨਹੀਂ ਕਰਨਾ ਉਹਨੂੰ ਬਸ, ਬਿਲਕੁਲ ਨਹੀਂ ਕਹਿਣਾ ਆ ਜਾ ਭਾਈ ਤੂੰ ਕਿਵੇਂ ਨਾ, ਪੁੱਛਣਾ ਹੀ ਨਹੀਂ ਹਾਲ ਚਾਲ। ਉਹ ਕਹੂਗੀ ਅੱਛਾ ਮੇਰੀ ਤਾਂ ਬਾਕੀ ਲੋੜ ਹੀ ਨਹੀਂ, ਚੱਲੀਏ ਯਾਰ ਸਹੁਰੇ। ਹਾਂ, ਇਹ ਮੈਂ ਜਰਾ ਨਖਰੇ ਜਿਹੇ ਕਰਦੀ ਹੈ ਨੇ ਵੀ ਦੇਖਦੇ ਆ ਕਿੰਨੀ ਕੁ ਪੁੱਛ ਕਰਦਾ, ਵੀ ਜੇ ਪੁੱਛ ਕੀਤਾ ਫਿਰ ਲਾਦੂ ਕੱਢ ਲਾਂਗੇ। ਹਾਂ, ਆਪਾਂ ਨੂੰ ਝੂਟੇ ਲਾਵਾਂਗੇ ਉੱਪਰ ਪਿੱਠ 'ਤੇ ਬੈਠ ਕੇ। ਤੁਹਾਡੇ ਬੱਚੇ ਇਹਨੂੰ ਬਿਠਾਉਣੇ ਪਿੱਠਦੇ ਕਿ ਨਹੀਂ, ਦਿੰਦੇ ਝੂਟੇ ਕਿ ਨਹੀਂ। ਐਂ ਅਰਜਨ ਬੈਠਾ ਅਤੇ ਕ੍ਰਿਸ਼ਨ ਮਹਾਰਾਜ ਬੈਠੇ। ਅਰਜਨ ਕਹਿੰਦਾ ਜੀ ਮੋਹ ਕਿਹਨੂੰ ਕਹਿੰਦੇ ਨੇ, ਇਹ ਹੁਣੇ ਵਿਖਾ ਦਿੰਦੇ ਹਾਂ, ਹੁਣੇ ਵਿਖਾ ਦਿੰਦੇ। ਪੋਤਰਾ ਆ ਗਿਆ ਅਰਜਨ ਦਾ, ਉਹ ਅਰਜਨ ਨੇ ਉੱਤੇ ਛਤਾ ਜਿਹੜਾ ਸੀ ਨਾ ਸਿਰ 'ਤੇ ਮੁਕਟ ਸੀ, ਸੋਨੇ ਦਾ ਮੁਕਟ ਲਿਆ ਹੋਇਆ। ਕ੍ਰਿਸ਼ਨ ਮਹਾਰਾਜ ਗੱਲਾਂ ਕਰ, ਪੋਤਰਾ ਆਇਆ, ਉਹ ਹੱਥ ਮਾਰ ਕੇ ਨਾ ਉਹਦਾ ਹੇਠਾਂ ਮੁਕਟ ਸੁੱਟਤਾ। ਉਹ ਅਰਜਨ ਹੀ ਕਰਕੇ ਨਾ ਮੁਕਟ ਚੱਕ ਕੇ ਸਿਰ 'ਤੇ ਰੱਖ ਲਿਆ। ਕਹਿੰਦੇ ਅਰਜਨ ਜੇ ਕਿਤੇ ਤੇਰੀ ਇਹ ਪੱਗ ਕੋਈ ਹੋਰ ਲਾਹ ਹੁੰਦਾ ਨਾ, ਤੇਰੇ ਕੋਲ ਤਲਵਾਰ ਸੀ ਨਾ, ਤੂੰ ਇਹਦੇ 2 ਟੋਟੇ ਕਰ ਦੇਣੇ ਸੀ। ਤੇਰੇ ਪੋਤਰੇ ਨੇ ਵੀ ਤੇਰੀ ਪੱਗ ਲਾਹਤੀ ਹੈ ਨਾ, ਅਤੇ ਤੂੰ ਹੀ ਕਰਦੇ। ਬਸ ਇਹਨੂੰ ਮੋਹ ਕਹਿੰਦੇ ਨਹੀਂ, ਇਹਨੂੰ ਮੋਹ ਕਹਿੰਦੇ ਨੇ। ਮੋਹ ਅਤੇ ਪਿਆਰ 'ਚ ਬਹੁਤ ਫਰਕ ਹੈ। ਸੋ ਇਸ ਲਈ ਉਹ ਵੀ ਫਿਰ ਵੇਖਦੀ ਹੈ ਵੀ ਮੈਨੂੰ ਜੇ ਮੇਰਾ ਪੁੱਛ ਕਰਦੇ ਨੇ, ਨਾ ਆ ਜਾ, ਕੀ ਹੋ ਗਿਆ, ਕਿਉਂ ਚੱਲੀ ਗਈ ਤੂੰ, ਆ ਜਾ। ਮੈਂ ਫਿਰ ਜ਼ਿਆਦਾ ਸਿਰ ਚੜ੍ਹੇਗੀ, ਉਹਨੂੰ ਜਾਣ ਦਿਓ, ਮੈਂ ਘਬਰਾਓ ਨਾ, ਆ ਜਾਏਗੀ। ਚਿੰਤਾ ਨਹੀਂ ਕਰਨੀ, ਆ ਜਾਏਗੀ। ਸੋ ਗੁਰੂ ਮਹਾਰਾਜ ਕਹਿੰਦੇ ਕਾਮਣ ਕਾਮ ਨਾ ਆਵੇ, ਖੋਟੀ ਅਵਗਣਿਆਰ। ਜਿਹੜੀ ਖੋਟੀ ਜਨਾਨੀ ਹੈ, ਔਗਣਿਆਰੀ ਹੈ, ਉਹ ਪਤੀ ਦੇ ਕੰਮ ਨਹੀਂ ਆਉਂਦੀ। ਅੜ ਮੈਂ ਕੀ ਕਰਾਉਣਾ ਤੇਰੇ ਤੋਂ, ਪਰਮਾਤਮਾ ਨੂੰ ਪਸੰਦ ਹੀ ਨਹੀਂ ਕਰਦਾ। ਨਾ ਸੁਖ ਪਈਐ ਸਹੁਰੈ, ਝੂਠ ਜਲੀ ਬੇਕਾਰ। ਨਾ ਉਹਨੂੰ ਪੇਕੇ 'ਚ ਸੁੱਖ ਹੈ, ਨਾ ਸਹੁਰੇ ਘਰ 'ਚ ਸੁੱਖ ਹੈ, ਕਿਉਂਕਿ ਉਹ ਬੇਕਾਰ ਹੁੰਦਾ। ਬੁਰਾਈਆਂ ਦੇ ਵਿੱਚ ਅਤੇ ਝੂਠ ਦੇ ਵਿੱਚ ਸੜ ਰਹੀ ਹੈ। ਉਹ ਬੁਰਾਈਆਂ ਕਰਦੀ ਹੈ, ਝੂਠ ਬੋਲਦੀ ਹੈ, ਸੜੀ ਬਲੀ ਰਹਿੰਦੀ ਹੈ। ਇਸ ਲਈ ਨਾ ਉਹਨੂੰ ਪੇਕੇ ਸੁੱਖ ਅਤੇ ਨਾ ਸਹੁਰੇ ਸੁੱਖ। ਆਵਣ ਵੰਜਨ ਡਾਖੜੋ, ਛੋਡੀ ਕੰਤ ਵਿਸਾਰ। ਜਿਸ ਨੂੰ ਕੰਤ ਨੇ ਛੱਡ ਦਿੱਤਾ ਹੈ, ਜਿਸ ਨੂੰ ਕੰਤ ਨੇ ਵਿਸਾਰ ਦਿੱਤਾ ਹੈ, ਉਹ ਜੰਮਣ ਮਰਨ ਦੇ ਚੱਕਰ 'ਚ ਰਹਿੰਦੀ ਹੈ। ਅਤੇ ਡਾਖੜੋ ਹੁੰਦਾ ਬਹੁਤ ਔਖਾ। ਇਹ ਜੰਮਣ ਮਰਨ ਦਾ ਚੱਕਰ ਬੜਾ ਔਖਾ ਹੈ, ਇਸ ਚੱਕਰ ਦੇ ਵਿੱਚ ਫਸੀ ਰਹਿੰਦੀ ਹੈ। ਪਿਰ ਕੀ ਨਾਰ ਸੁਹਾਵਨੀ, ਮੁੱਤੀ ਸੋ ਕਿਤ ਸਾਧ। ਪਿਰ ਕੈ ਕਾਮ ਨ ਆਵੇ, ਬੋਲੇ ਫਾਦਿਲ ਬਾਦ। ਦਰ ਕਰ ਢੋਈ ਨਾ ਲਹੈ, ਛੂਟੀ ਦੂਜੈ ਸਾਧ। ਪਿਰ ਕੀ ਨਾਰ ਸੁਹਾਵਨੀ, ਮੁੱਤੀ ਸੋ ਕਿਤ ਸਾਧ। ਹੈ ਤਾਂ ਪਤੀ ਪਿਰ ਪ੍ਰਭੂ ਪਤੀ ਦੀ ਪਤਨੀ ਸੀ, ਸੋਹਣੀ ਸੀ। ਮੁੱਤੀ ਕਿਤ ਸਾਧ, ਕਿਸ ਸਵਾਦ ਕਾਰਨ ਉਹ ਛੁੱਟੜ ਹੋ ਗਈ।
ਉਹ ਕਿਸ ਸਵਾਦ ਕਾਰਨ ਪਤੀ ਨੇ ਉਸ ਨੂੰ ਛੱਡਤਾ। ਹੈ ਤੇ ਸੋਹਣੀ ਸੀ, ਪਤੀ ਦੀ ਘਰ ਵਾਲੀ ਸੀ, ਸੋਹਣੀ ਸੀ, ਪਰ ਕਿਸ ਸਵਾਦ ਦੇ ਕਾਰਨ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ। ਹੁਣ ਜਵਾਬ ਹੈ, ਫਿਰ ਕਹਿ ਕਾਮ ਨਾ ਆਵੇ, ਬੋਲੇ ਫਾਦਿਲ ਬਾਦ। ਫਾਦਿਲ ਫਾਰਸੀ ਦਾ ਸ਼ਬਦ ਹੈ ਵਿਅਰਥ। ਉਹ ਫਜ਼ੂਲ ਬੋਲਦੀ ਹੈ ਅਤੇ ਬਾਅਦ ਅੱਗੇ ਵਾਦ ਵਿਵਾਦ ਕਦੇ ਬਹਿਸ ਕਰਦੀ ਹੈ। ਜੀ ਨਹੀਂ ਕਰਦੀ, ਹਾਂ ਨਹੀਂ ਕਰਦੀ, ਚੰਗਾ ਜੀ, ਅੱਗੋਂ ਬਹਿਸ ਕਰਦੀ ਹੈ। ਆਦਤ ਵੀ ਆਪਣੇ ਆਪਣੇ ਸੁਭਾਅ ਨੇ, ਕਈ ਬੰਦਿਆਂ ਦੇ, ਕਈ ਜਨਾਨੀਆਂ ਦੇ। ਉਹ ਇਸ ਲਈ ਪਤੀ ਨੂੰ ਚੰਗੀ ਨਹੀਂ ਲੱਗਦੀ, ਕਿਉਂਕਿ ਫਜ਼ੂਲ ਦਾ ਬੋਲਦੀ ਹੈ ਅਤੇ ਬਾਅਦ ਨਾਲ ਝਗੜਾ ਵੀ ਕਰਦੀ ਹੈ, ਇਸ ਲਈ ਨਹੀਂ ਚੰਗੀ ਲੱਗਦੀ। ਦਰ ਕਰ ਢੋਈ ਨਾ ਲਹੈ, ਛੁੱਟੀ ਦੂਜੈ ਸਾਧ। ਦੂਜੈ ਸਾਧ ਦਾ ਮਾਇਆ ਦਾ ਸਵਾਦ। ਉਹ ਮਾਇਆ ਦੇ ਸਵਾਦ ਵਿੱਚ ਪੈ ਗਈ, ਮਾਇਆ ਦੇ ਮੋਹ 'ਚ ਪੈ ਗਈ, ਇਸ ਲਈ ਉਹਨੂੰ ਪਰਮਾਤਮਾ ਦੇ ਦਰ 'ਤੇ, ਪਰਮਾਤਮਾ ਦੇ ਘਰ 'ਚ ਕੋਈ ਢੋਈ ਨਹੀਂ ਮਿਲਦੀ, ਕੋਈ ਆਸਰਾ ਨਹੀਂ ਮਿਲਦਾ, ਕਿਉਂਕਿ ਪਰਮਾਤਮਾ ਨੂੰ ਛੱਡ ਕੇ ਮਾਇਆ ਦੇ ਚੱਕਰ 'ਚ ਮਨੁੱਖ ਪੈ ਗਿਆ ਹੈ। ਇਸ ਲਈ ਪਰਮਾਤਮਾ ਨੇ ਛੱਡ ਦਿੱਤਾ ਹੈ। ਇੱਕ ਦੇ ਬਣ ਕੇ ਰਹਿਣਾ ਪੈਣਾ, ਜਾਂ ਮਾਇਆ ਦੇ ਹੋ ਲਓ ਜਾਂ ਰੱਬ ਦੇ ਹੋ ਲਓ। ਦੋ ਬੇੜੀਆਂ 'ਚ ਪੈਰ ਨਹੀਂ ਰੱਖਿਆ ਜਾ ਸਕਦਾ। ਬਿਟਵੀਨ ਟੂ ਸਟੂਲਸ ਯੂ ਆਰ ਸ਼ੋਰ ਟੂ ਫਾਲ ਟੂ ਦ ਗਰਾਊਂਡ। ਦੋ ਬੇੜੀਆਂ 'ਚ ਪੈਰ ਰੱਖ ਕੇ ਅਸੀਂ ਪਾਰ ਨਹੀਂ ਹੋ ਸਕਦੇ, ਇੱਕੋ ਬੇੜੀ 'ਚ ਹੀ ਬਹਿਣਾ ਪੈਣਾ। ਜੇ ਇੱਕ ਲੱਤ ਮੈਂ ਇੱਕ ਬੇੜੀ 'ਚ ਰੱਖਣਾ, ਦੂਜੀ ਲੱਤ ਦੂਜੀ ਰੱਖਣਾ, ਬਾਈ ਚਾਂਸ ਇੱਕ ਬੇੜੀ ਖੱਬੇ ਪਾਸੇ ਨੂੰ ਛੱਲ ਨਾਲ ਗਈ ਅਤੇ ਦੂਜੀ ਸੱਜੇ ਪਾਸੇ ਨੂੰ ਗਈ ਅਤੇ ਮੈਂ ਧੜਮ ਕਰਕੇ ਸਮੁੰਦਰ ਦੇ ਵਿੱਚ ਡਿੱਗ ਪੈਣਾ ਹੈ। ਇੱਕੋ ਬੇੜੀ 'ਚ ਹੀ ਬਹਿਣਾ ਪੈਣਾ ਹੈ। ਇਸ ਲਈ ਇੱਕੋ ਹੀ ਗੁਰੂ ਧਾਰਨ ਕਰਨਾ ਅਤੇ ਇੱਕ ਪਰਮਾਤਮਾ ਨੂੰ ਹੀ ਪਿਆਰ ਕਰਨਾ ਹੈ। ਹਾਂ, ਸਤਿਕਾਰ ਸਭ ਦਾ ਕਰਨਾ, ਧਾਰਨ ਇੱਕ ਨੂੰ ਹੀ ਕਰਨਾ। ਕਿਤੇ ਕਥਾ ਵਾਰਤਾ ਹੋ ਰਹੀ, ਕਿਸੇ ਵੀ ਧਰਮ ਦਾ ਆਇਆ ਕੋਈ ਮਹਾਤਮਾ, ਜਾ ਕੇ ਸੁਣੋ, ਲਾਭ ਹੀ ਲਾਭ ਹੈ। ਉਹਨੇ ਰੱਬ ਦੀ ਗੱਲਾਂ ਸੁਣਾਉਣੀ ਹੈ ਬਈ। ਹਾਂ, ਜੋ ਚੁਗਲੀ ਨਿੰਦਿਆ ਕਰਦੇ ਅਤੇ ਫਿਰ ਆਪਣਾ ਉੱਥੋਂ ਉਠਾਵੋ, ਕਿਉਂਕਿ ਜਿਹੜੇ ਸਾਧੂ ਨੇ ਉਹਨਾਂ ਦਾ ਕੰਮ ਉਹ ਤਾਂ ਸਾਧੂ ਨੇ। ਸਾਧੂ ਦਾ ਮਤਲਬ ਜਿਸ ਨੇ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕਰ ਲਿਆ ਹੈ, ਜਿਸ ਨੇ ਆਪਣੀਆਂ ਅੱਖਾਂ 'ਤੇ, ਆਪਣੇ ਮੂੰਹ 'ਤੇ, ਆਪਣੇ ਕੰਨਾਂ 'ਤੇ, ਆਪਣੇ ਹੱਥਾਂ 'ਤੇ, ਆਪਣੇ ਪੈਰਾਂ 'ਤੇ, ਆਪਣੇ ਮਨ 'ਤੇ ਜਿਹਨੇ ਕੰਟਰੋਲ ਕਰ ਲਿਆ, ਉਹਨੂੰ ਕਹਿੰਦੇ ਇਹ ਹੈ ਸਾਧੂ, ਇਹ ਹੈ ਸਾਧ। ਇਸ ਲਈ ਫਿਰ ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ, ਰੱਬ ਦੀ ਸਿਫਤ ਸਲਾਹ ਹੀ ਕਰਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਪੰਡਿਤ ਪੰਡਿਤ ਵਾਚੈ ਪੋਥੀਆਂ, ਨਾ ਬੂਝੈ ਵਿਚਾਰ। ਅਨ ਕੋ ਮਤੀ ਦੇ ਚੱਲੈ, ਮਾਇਆ ਕਾ ਵਾਪਾਰ। ਕਥਰੀ ਝੂਠੀ ਜਗ ਭਵੈ, ਰਹਿਣੀ ਸ਼ਬਦ ਸੋ ਸਾਰ। ਪੰਡਿਤ ਵਾਚੈ ਪੋਥੀਆਂ, ਪੰਡਿਤ ਜਿਹੜੇ ਨੇ ਧਾਰਮਿਕ ਕਿਤਾਬਾਂ ਪੜ੍ਹਦੇ ਨੇ। ਨਾ ਬੂਝੈ ਵਿਚਾਰ, ਪਰ ਜਿਹੜੀ ਉਸ ਵਿੱਚ ਵਿਚਾਰ ਦਿੱਤੀ ਹੋਈ ਹੈ ਉਹਦੀ ਉਹਨਾਂ ਨੂੰ ਸਮਝ ਨਹੀਂ ਹੈ ਵੀ ਕਹਿੰਦੀਆਂ ਕੀ ਨੇ। ਬਾਣੀ ਪੜ੍ਹੀ ਜਾ ਰਿਹਾ, ਮੰਨ ਲਓ ਮੈਨੂੰ ਪਤਾ ਹੀ ਲੱਗ ਰਿਹਾ ਕਹਿ ਕੀ ਰਹੀ ਹੈ ਅਤੇ ਮੈਂ ਕੀ ਅਮਲ ਕਰਾਂਗਾ ਉਸ 'ਤੇ। ਅਮਲ ਵੀ ਮੰਨ ਲਓ ਤੁਸੀਂ ਬਾਣੀ ਪੜ੍ਹ ਰਹੇ ਹੋ, ਤੁਹਾਨੂੰ ਉਹਦੀ ਸਮਝ ਹੀ ਨਹੀਂ ਆ ਰਹੀ ਕੀ ਕਹਿ ਰਹੀ ਹੈ, ਅਤੇ ਫਿਰ ਕੀ ਅਮਲ ਉਸ 'ਤੇ ਹੋ ਸਕਦਾ? ਸਮਝ ਆਵੇਗੀ ਤਾਂ ਨਾ। ਪੰਡਿਤ ਵਾਚੈ ਪੋਥੀਆਂ, ਨਾ ਬੂਝੈ ਵਿਚਾਰ। ਪੋਥੀਆਂ ਦੇ ਵਿੱਚ ਜਿਹੜਾ ਵਿਚਾਰ ਦਿੱਤਾ ਹੋਇਆ ਉਹਦੀ ਉਹਨਾਂ ਨੂੰ ਸੋਝੀ ਕੋਈ ਨਹੀਂ। ਹਾਂ, ਪੋਥੀਆਂ ਪੜ੍ਹ ਜ਼ਰੂਰ ਰਹੇ ਨੇ। ਕਿਉਂ ਪੜ੍ਹ ਰਹੇ ਨੇ? ਅਨ ਕੋ ਮਤੀ ਦੇ ਚੱਲੇ, ਮਾਇਆ ਕਾ ਵਾਪਾਰ। ਕਿਉਂ? ਮੱਤਾ ਦੇਣ ਲਈ ਪੈਸੇ ਮਿਲਦੇ ਨੇ, ਇਸ ਲਈ ਮਾਇਆ ਦਾ ਵਪਾਰ ਹੈ। ਪੈਸੇ ਲੈ ਕੇ ਪਾਠ ਹੋ ਰਿਹਾ, ਪੈਸੇ ਲੈ ਕੇ ਕੀਰਤਨ ਹੋ ਰਿਹਾ, ਪੈਸੇ ਲੈ ਕੇ ਕਥਾ ਹੋ ਰਹੀ ਹੈ, ਪੈਸੇ ਲੈ ਕੇ ਦੀਵਾਨ ਲੱਗ ਰਿਹਾ, ਗੱਲ ਤਾਂ ਮਾਇਆ ਦੀ ਹੈ। ਅਤੇ ਉਂਝ ਜੇ ਅਸੀਂ ਧਰਮ ਦਾ ਪ੍ਰਚਾਰ ਕਰਦੇ ਹਾਂ ਜੀ, ਦੇਖਣ ਨੂੰ ਧਰਮ ਦਾ ਪ੍ਰਚਾਰ ਹੋ ਰਿਹਾ ਹੈ। ਹੁਣ ਮਾਇਆ ਕਮਾਉਣੀ ਕਿਸੇ ਤਰੀਕੇ ਨਾਲ ਤਾਂ ਕਮਾਈ ਜਾਊਗੀ, ਚਾਹੇ ਦਿਹਾੜੀ ਕਰਕੇ ਕਮਾ ਲਓ ਅਤੇ ਚਾਹੇ ਪਾਠ ਕਰਕੇ ਕਮਾ ਲਓ। ਉਦੇਸ਼ ਕੀ ਹੈ? ਮਾਇਆ ਕਮਾਉਣਾ। ਉਦੇਸ਼ ਕੀ ਹੈ? ਆ ਕੀਰਤਨ, ਮੰਨ ਲਓ ਮੈਂ ਪਾਠੀ ਸੱਦ ਲਿਆ, ਮੇਰੇ ਖੰਡ ਪਾਠ ਦੀ ਰੌਲ ਲਾਇਆ ਜੀ, ਖੰਡ ਪਾਠ ਕਰਾਉਣਾ, ਕਿਸੇ ਪਾਠੀ ਨੂੰ ਪੈਸੇ ਹੀ ਨਾ ਦੇਵਾਂ,
ਅਗਲੀ ਵਾਰ ਕਦੇ ਨਹੀਂ। ਪਹਿਲਾਂ ਤਾਂ ਮੇਰੇ ਲੜ ਪਏ ਨਹੀਂ, ਬਾਬੇ ਸਾਡੇ ਪੈਸੇ ਦਿਓ। ਕਹਿ ਪਈ ਮੈਂ ਤਾਂ ਨਾ ਤੁਸੀਂ ਮੇਰੇ ਤੋਂ ਮੰਗੇ, ਨਾ ਮੈਂ ਤੁਹਾਡੇ ਨਾਲ ਖੋਲੇ, ਤੁਹਾਨੂੰ ਕਾਹਦੇ ਪੈਸੇ, ਤੁਹਾਨੂੰ ਕਾਹਦੇ ਪੈਸੇ। ਮੁੜ ਕੇ ਨਹੀਂ ਆਉਂਦੇ। ਕਿਸੇ ਕੀਰਤਨੀ, ਕੋਈ ਕੀਰਤਨੀ ਆ ਗਿਆ ਜੀ, ਇੱਕ ਮੈਨੂੰ ਕਹਿੰਦੇ ਬਾਬਾ ਜੀ ਇੱਕ ਸ਼ਬਦ ਦੀ ਸੇਵਾ ਦੇ ਦਿਓ। ਸੇਵਾ ਤਾਂ ਮੁਫਤ ਹੀ ਹੁੰਦੀ ਨਾ। ਮੈਂ ਅਸੀਂ ਤਾਂ ਦੇਖੋ ਸਾਡੇ ਤਾਂ ਸਾਰੇ ਮੁਫਤ ਹੀ ਗਾਉਂਦੇ ਨੇ। ਮੈਂ ਚੰਗਾ ਭਾਈ ਫਲਾਣੇ ਦੇ ਨਾਲ ਜੀ। ਹੁਣ ਮੈਂ ਕਿ ਦੇਖਦਾ ਤਮਾਸ਼ਾ, ਉਹਨੇ ਸ਼ਬਦ ਗਾਇਨ ਕੀਤਾ, ਮੈਂ ਪੈਸੇ ਕੋਈ ਨਹੀਂ ਦਿੱਤਾ। ਕਿ ਮੈਂ ਦਿੰਦਾ ਸ਼ਾਇਦ ਮੈਨੂੰ ਵੇਖ ਕੇ ਕੋਈ ਹੋਰ ਵੀ 150 ਦੇ ਦਿੰਦਾ, ਕਿਸੇ ਦਿੱਤੇ ਹੀ ਨਹੀਂ। ਮੁੜ ਕੇ ਨਹੀਂ ਮੈਨੂੰ ਪੁੱਛਿਆ ਉਹਨੇ, ਬਾਬਾ ਜੀ ਇੱਕ ਸ਼ਬਦ ਦੀ ਸੇਵਾ ਦਿਓ। ਮਾਇਆ ਕਾ ਵਪਾਰ ਹੈ। ਕੀਰਤਨ ਹੈ ਕੀ ਕਹਿਣਾ, ਜਿਵੇਂ 1-2% ਤਾਂ ਵਿੱਚ ਹੁੰਦੇ। ਜਿਵੇਂ ਸਾਡੇ ਪ੍ਰੋਫੈਸਰ ਸਾਹਿਬ ਨੇ, ਨਰਿੰਦਰਪਾਲ ਸਿੰਘ ਨੇ, ਪਿਛਲੇ 20 ਸਾਲ ਹੋ ਗਏ ਨੂੰ ਇੱਥੇ ਮੁਫਤ ਸੇਵਾ ਕਰਦਿਆਂ ਹੋਏ। ਇਹਨਾਂ ਲੋਕਾਂ ਕੋਲ ਨਾਮ ਧਨ ਇਕੱਠਾ ਹੋਵੇਗਾ। ਬਾਕੀ ਤਾਂ ਮਾਇਆ ਦਾ ਵਪਾਰ ਹੈ, ਸਭ ਮਾਇਆ ਹੈ। ਹੁਣ ਤਾਂ ਸੰਤ ਮਹਾਤਮਾ ਮੰਗਣ ਹੀ ਲੱਗ ਪਏ ਨੇ, ਇੰਨੇ ਲਾਂਗੇ ਜੀ, ਕੀਰਤਨ ਮੰਗਦੇ ਨੇ ਇੰਨੇ ਲਾਂਗੇ ਜੀ। ਹਾਂ, ਅਨ ਕੋ ਮਤੀ ਦੇ ਚੱਲੈ ਮਾਇਆ ਕਾ ਵਪਾਰ। ਹਾਂ, ਦੂਜਿਆਂ ਦਾ ਮਾਇਆ ਦੀ ਖਾਤਰ ਮੱਤਾਂ ਦਿੱਤੀਆਂ ਜਾ ਰਹੀਆਂ ਹਨ। ਐਂ ਕਰਨਾ ਚਾਹੀਦਾ ਜੀ, ਉਹ ਕਰਨਾ ਚਾਹੀਦਾ ਜੀ। ਹਾਂਜੀ, ਉਂਝ ਧਾਰਨਾ ਲਾਉਣਗੇ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ। ਅਨ ਕੋ ਮਤੀ ਦੇ ਚੱਲ। ਸੋ ਗੁਰੂ ਮਹਾਰਾਜ ਕਹਿੰਦੇ ਕਥਨੀ ਝੂਠੀ ਜਗ ਭਵੈ, ਰਹਿਣੀ ਸ਼ਬਦ ਸੋ ਸਾਰ। ਝੂਠ ਬੋਲ ਬੋਲ ਕੇ ਸੰਸਾਰ 'ਚ ਘੁੰਮ ਫਿਰ ਰਿਹਾ ਬੰਦਾ। ਰਹਿਣੀ ਸ਼ਬਦ ਸੋ ਸਾਰ। ਉੱਤਮ ਰਹਿਣੀ ਕੀ ਹੈ? ਸ਼ਬਦ ਦੇ ਅਨੁਸਾਰ, ਗੁਰਬਾਣੀ ਦੇ ਅਨੁਸਾਰ ਜੀਵਨ ਜਿਉਣਾ, ਇਹ ਸਾਰ ਹੈ, ਇਹ ਉੱਤਮ ਰਹਿਣੀ ਹੈ। ਸਭ ਤੋਂ ਵਧੀਆ ਰਹਿਣ ਢੰਗ ਕੀ ਹੈ? ਗੁਰਬਾਣੀ ਦੇ ਅਨੁਸਾਰ ਜੀਵਨ ਜਿਉਣਾ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।